ਜਿਹਨੇ ਕੰਮ ਹੀ ਕੋਈ ਨਹੀਂ ਕਰਨਾ ਉਹਨੇ ਗਲਤੀ ਵੀ ਕੀ ਕਰਨੀ ਹੈ। ਜੋ ਵੀ ਇਨਫੋਰਮੇਸ਼ਨ ਗੈਦਰ ਕਰਦੇ ਸੀ ਉਹਨੂੰ ਲੋਕਾਂ ਤੱਕ ਇਮਾਨਦਾਰੀ ਨਾਲ ਪਹੁੰਚਾਉਣਾ ਪੱਤਰਕਾਰਾਂ ਦਾ ਮੇਨ ਕੰਮ ਹੁੰਦਾ ਸੀ। ਪੱਤਰਕਾਰਤਾ ਨੂੰ ਲੋਕਾਂ ਨੇ ਬਹੁਤ ਲਾਈਟਲੀ ਲੈ ਲਿਆ। ਇੱਕ ਪੁਲਿਸ ਵਾਲਾ ਇੱਕ ਮੋਟਰਸਾਈਕਲ ਵਾਲੇ ਨੂੰ ਮਾਰ ਰਿਹਾ ਡੰਡੇ ਨਾਲ, ਉਹਦੇ ਥੱਲੇ ਲਿਖਿਆ ਹੋਇਆ ਪੰਜਾਬ ਪੁਲਿਸ ਨੇ ਜਲਿਆਂਵਾਲਾ ਬਾਗ ਦੁਹਰਾ ਦਿੱਤਾ। ਹੁਣ ਇੱਕ ਪੁਲਿਸ ਵਾਲਾ ਇੱਕ ਬੰਦੇ ਨੂੰ ਕੁੱਟ ਰਿਹਾ ਤੇ ਜਲਿਆਂਵਾਲਾ ਬਾਗ ਕਿੱਥੋਂ ਆ ਗਿਆ? ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸੰਜੇ ਦਾ ਤੇ ਇਹੋ ਜਿਹਾ ਕੰਮ ਕਰ ਸਕਦਾ, ਕਿਉਂਕਿ ਦੱਤ ਸਾਹਿਬ ਨਾਲ ਤਾਂ ਸਾਡਾ ਬਹੁਤ ਉੱਠਣਾ ਬੈਠਣਾ ਸੀ। ਫਿਰ ਮੈਂ ਇਹਦਾ ਨੰਬਰ ਲਿਆ ਸੁਰੇਸ਼ ਸ਼ੈੱਟੀ ਤੋਂ, ਸੰਜੇ ਦੱਤ ਦਾ। ਇਹਨੂੰ ਮੈਂ ਫੋਨ ਕੀਤਾ ਮਲੇਸ਼ੀਅਸ, ਮੈਂ ਕਿ ਮੈਨੂੰ ਪਤਾ ਲੱਗਿਆ ਵੀ ਤੇਰੇ ਕੋਲੇ ਕੋਈ ਇਸ ਤਰ੍ਹਾਂ ਦਾ ਹਥਿਆਰ ਹੈ, ਤੇਰਾ ਨਾਂ ਆ ਰਿਹਾ ਤੇ ਇਹ ਵੀ ਮੁੱਕਰ ਗਿਆ। ਫਿਰ ਮੈਨੂੰ ਵਾਰਨਿੰਗ ਦਿੱਤੀ, ਮੈਂ ਕਿ ਤੇਰੇ ਕੋਲ ਹੈਗਾ ਤਾਂ ਜਮ੍ਹਾਂ ਕਰਾ ਦੇ। ਵੱਡੇ ਅਫਸਰ ਦੇ ਖਿਲਾਫ ਕੋਈ ਲਿਖਦਾ ਹੀ ਨਹੀਂ, ਨਾ ਕੋਈ ਬੋਲਦਾ। 2009 ਸਤੰਬਰ 'ਚ ਉਹਦੇ 'ਚ ਸੈਕੰਡ ਪਾਰਟ ਦੀ ਹੈਡਲਾਈਨ ਸੀ ਦ ਬੁੱਚਰ ਆਫ ਪੰਜਾਬ। ਮਤਲਬ ਅਗਰ ਮੇਰੇ ਵਰਗਾ ਬੰਦਾ ਮੁੰਬਈ 'ਚ ਬੈਠ ਕੇ ਅੰਗਰੇਜ਼ੀ ਅਖਬਾਰ 'ਚ ਉਹਨੂੰ ਬੁੱਚਰ ਆਫ ਪੰਜਾਬ ਕਹਿ ਸਕਦਾ ਤੇ ਇੱਥੋਂ ਦੇ ਲੋਕਾਂ ਦੀ ਹਿੰਮਤ ਕਿਉਂ ਨਹੀਂ? ਨਸ਼ਾ, ਲੁੱਟ, ਧੋਖਾ, ਨਫ਼ਰਤ, ਕਤਲ, ਇਨ੍ਹਾਂ ਸਭ ਅਪਰਾਧਾਂ ਦਾ ਤਾਣਾ ਬਾਣਾ, ਹਰ ਕੇਸ ਦੀ ਉਲਝਦੀ ਅਤੇ ਖੁੱਲ੍ਹਦੀ ਪਰਤ। ਹੁਣ ਅਸੀਂ ਦਿਖਾਵਾਂਗੇ ਸਮਾਜ ਦੇ ਭਿਆਨਕ ਚਿਹਰੇ ਦਾ ਹਰ ਘਿਨਾਉਣਾ ਸੱਚ, ਤਾਂ ਕਿ ਤੁਸੀਂ ਰਹੋ ਸੁਰੱਖਿਅਤ ਅਤੇ ਸਤਰਕ। ਕ੍ਰਾਈਮ ਰਿਪੋਰਟ ਸਿਰਫ ਪਬਲਿਕ ਗਾਰਡੀਅਨ ਤੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਜਿੰਦੀ ਮਰਜਣੀ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ। ਦੋਸਤੋ, ਪਬਲਿਕ ਗਾਰਡੀਅਨ ਅਸੀਂ ਸ਼ੁਰੂਆਤ ਨਵੀਂ ਕੀਤੀ ਆ, ਜਿਹਦੇ ਵਿੱਚ ਪਹਿਲਾ ਸ਼ੋਅ ਅਸੀਂ ਲੈ ਕੇ ਆ ਰਹੇ ਹਾਂ ਕ੍ਰਾਈਮ ਰਿਪੋਰਟ। ਤੇ ਕ੍ਰਾਈਮ ਰਿਪੋਰਟਸ ਦੇ ਵਿੱਚ ਅਸੀਂ ਉਹਨਾਂ ਰਿਪੋਰਟਸ ਨੂੰ ਤੁਹਾਡੇ ਸਾਹਮਣੇ ਕਰਾਵਾਂਗੇ, ਰੂਬਰੂ ਕਰਾਵਾਂਗੇ, ਜਿਹੜਾ ਅੱਜ ਕੱਲ੍ਹ ਇੰਡੀਆ ਦੇ ਵਿੱਚ ਹੋ ਰਿਹਾ ਆ ਜਾਂ ਪਿਛਲੇ ਜ਼ਮਾਨੇ ਦੇ ਵਿੱਚ ਜੋ ਵਾਰਦਾਤਾਂ ਹੋਈਆਂ ਆ। ਤੇ ਅੱਜ ਇਸ ਪਹਿਲੇ ਸ਼ੋਅ ਦੀ ਸ਼ੁਰੂਆਤ ਸਾਡੇ ਫੇਮਸ ਕ੍ਰਾਈਮ ਰਿਪੋਰਟਰ ਮੁੰਬਈ ਤੋਂ ਬਲਜੀਤ ਪਰਾਮਰ ਜੀ ਸਾਡੇ ਨਾਲ ਆ। ਕਿਉਂਕਿ ਮੈਂ ਇਸ ਸ਼ੋਅ ਦੀ ਸ਼ੁਰੂਆਤ ਤਾਂ ਕਰਨ ਲੱਗੀ ਹਾਂ ਕਿਉਂਕਿ ਇੱਕ ਐਕਸਪਰਟ ਇਨਸਾਨ ਜੇ ਸਾਡੇ ਨਾਲ ਹੋਊਗਾ ਤੇ ਸਾਨੂੰ ਗਾਈਡ ਕਰਨਗੇ ਤੇ ਉਹਦੇ ਉੱਤੇ ਅਸੀਂ ਤੁਹਾਡੇ ਲਈ ਖੂਬਸੂਰਤ ਸ਼ੋਅ ਜੋ ਕ੍ਰਾਈਮਸ ਹੋ ਰਹੇ ਆ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੇ ਕਿੱਸੇ ਕੱਢ ਕੇ ਤੁਹਾਡੇ ਰੂਬਰੂ ਕਰਾਵਾਂਗੇ। ਕਰਦੇ ਹਾਂ ਸਵਾਗਤ ਬਲਜੀਤ ਜੀ ਦਾ ਤੇ ਕਰਦੇ ਹਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ। ਬਲਜੀਤ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਤੇ ਇੱਕ ਤਾਂ ਹੈਗਾ ਕਿ ਸਾਨੂੰ ਤੁਸੀਂ ਆਪਣਾ ਟਾਈਮ ਬਖਸ਼ਿਆ, ਕਿਉਂਕਿ ਮੈਨੂੰ ਵੀ ਪਤਾ ਕਿ ਤੁਸੀਂ ਆਪਣੇ ਜਿਹੜਾ ਹੈਗੀ ਹੈ ਲਾਈਫ ਦੇ ਵਿੱਚ ਬਹੁਤ ਹੀ ਬਿਜ਼ੀ ਰਹਿੰਦੇ ਆ, ਕਿਤਾਬਾਂ ਲਿਖਦੇ ਆ, ਹੋਰ ਵੀ ਬਹੁਤ ਆਪਣੀ ਲਾਈਫ ਦੇ ਵਿੱਚ ਕਰਦੇ ਆ। ਪਹਿਲਾਂ ਤਾਂ ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਨਵੇਂ ਜੁੜੇ ਆ, ਥੋੜ੍ਹੀ ਕਿ ਇੰਟਰੋਡਕਸ਼ਨ ਦੇ ਦੇਵੋ ਤੇ ਉਸ ਤੋਂ ਬਾਅਦ ਫਿਰ ਆਪਾਂ ਥੋੜ੍ਹੀਆਂ ਕੁ ਗੱਲਾਂ ਤੁਹਾਡੇ ਬੈਕਗਰਾਊਂਡ ਦੀਆਂ ਵੀ ਕਰਦੇ ਹਾਂ ਤੇ ਜੋ ਪੰਜਾਬ ਦੇ ਵਿੱਚ ਅੱਜ ਹੋ ਰਿਹਾ ਆ ਉਸ ਦੇ ਉੱਤੇ ਵੀ ਕਰਾਂਗੇ ਗੱਲਾਂ। ਦੇਖੋ, ਜਿਹੜਾ ਮੇਰੀ ਜ਼ਿੰਦਗੀ ਦਾ ਕ੍ਰਾਈਮ ਦੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਤਕਰੀਬਨ 1977 ਤੋਂ ਸ਼ੁਰੂ ਹੁੰਦਾ, 1977 ਤੋਂ, ਜਦੋਂ ਮੈਂ ਮੁੰਬਈ ਦੇ ਪੰਜਾਬੀ ਅਖਬਾਰ 'ਚ ਨੌਕਰੀ ਕੀਤੀ ਐਜ਼ ਅ ਜਰਨਲਿਸਟ, ਐਡੀਟਰ ਵੀ ਬਣਿਆ ਮੈਂ ਉਹਦਾ। ਔਰ ਕਿਉਂਕਿ ਮੈਂ ਇੱਕ ਰਿਪੋਰਟਰ ਇਕੱਲਾ ਹੀ ਸੀ ਉਸ ਵੀਕਲੀ ਅਖਬਾਰ ਸੀਗਾ, 12-16 ਸਫ਼ੇ ਦਾ ਨਿਕਲਦਾ ਸੀ। ਅਤੇ ਕੁਝ ਮੇਰੇ ਪੁਰਾਣੇ ਦੋਸਤ ਸੀਗੇ ਜਿਹੜੇ ਚੰਡੀਗੜ੍ਹੋਂ ਪੜ੍ਹ ਕੇ ਗਏ ਸੀ ਔਰ ਡੈਪੂਟੇਸ਼ਨ ਔਰ ਉਹਨਾਂ ਨੂੰ ਕਾਡਰ ਜਿਹੜਾ ਸੀਗਾ IAS ਔਰ IPS ਦਾ, ਉਹ ਮਹਾਰਾਸ਼ਟਰ ਕਾਡਰ ਮਿਲਿਆ। ਅਤੇ ਉਹਨਾਂ 'ਚੋਂ DGP ਵਿਰਕ ਇੱਕ ਸੀਗੇ ਜਿਹੜੇ ਸਾਡੇ ਮਹਾਰਾਸ਼ਟਰ ਦੇ ਵੀ DGP ਬਣੇ ਅਤੇ ਪੰਜਾਬ ਦੇ ਵੀ ਬਣੇ, SS ਵਿਰਕ। ਇਸ ਤਰ੍ਹਾਂ ਹੀ ਇੱਕ ਗੁਰਕੀਰਤ ਗਿੱਲ ਹੁੰਦੇ ਸੀ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਰਿਟਾਇਰ ਹੋਏ ਮਹਾਰਾਸ਼ਟਰ ਤੋਂ, ਉਹ ਸੀਗੇ। ਫਿਰ SS ਸੰਧੂ ਹੁੰਦੇ ਸੀ, ਇੱਕ ਮਿਸਟਰ ਲਖਨਪਾਲ ਹੁੰਦੇ ਸੀ। ਇਹ ਪੰਜਾਬੀ ਅਫਸਰ ਸੀਗੇ ਉਸ ਜ਼ਮਾਨੇ 'ਚ ਜਿਹੜੇ ਮਹਾਰਾਸ਼ਟਰ 'ਚ ਪੋਸਟਡ ਸੀਗੇ ਅਤੇ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਪੜ੍ਹਿਆ ਹੋਣ ਕਰਕੇ ਇਹ ਸਾਰੇ ਜਾਣਦੇ ਸੀ। ਅਤੇ ਇਸੇ ਤਰ੍ਹਾਂ 3-4 ਬਹੁਤ ਵੱਡੇ ਵਕੀਲ ਸੀ ਜਿਨ੍ਹਾਂ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਨਾਂ ਕਮਾਇਆ, ਜਿਨ੍ਹਾਂ 'ਚੋਂ KTS ਤੁਲਸੀ ਬੜੇ ਮਸ਼ਹੂਰ ਨੇ। ਔਰ ਸੀਨੀਅਰ ਜਰਨਲਿਸਟ ਵੀ ਹੋਏ ਆ, ਪ੍ਰਭੂ ਚਾਵਲਾ, ਉਹ ਵੀ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ। ਅਤੇ ਇਸੇ ਤਰ੍ਹਾਂ ਸੁਸ਼ਮਾ ਸਵਰਾਜ ਜਿਹੜੀ ਮੰਤਰੀ ਰਹੀ ਕੇਂਦਰ 'ਚ BJP ਦੀ ਲੀਡਰ, ਉਹਦਾ ਹਸਬੈਂਡ ਸਵਰਾਜ ਕੌਸ਼ਲ, ਇਹ ਵੀ ਮੇਰੇ ਕਲਾਸ ਫੈਲੋ ਹੁੰਦੇ ਸੀ।
तो मतलब कुछ वकील जिन्हां दा काम ही कानून दीयां लड़ाइयां लड़ना हुंदा, ते कुछ सरकारी अफसर हो जिन्हां दा पुलिस नाल वास्ता सी, क्राइम नाल वास्ता सी, उन्हां ने मेरी दोस्ती सी। इस तरह कस्टम च बड़े सीनियर बंदे हुंदे सी, बेदी साहब सीगे, गुरजोत नारंग सी, सोमनाथ थापा सी जिहड़ा बाद च बॉम्ब ब्लास्ट केस च अरेस्ट हो गया सी। ये सारे सोमनाथ थापा जलंधर तो पोस्टिंग करके गए थे, पंजाबी बोल लेंदा सी। तो एक जो समगलिंग के एक्सपर्ट जिहड़े सी, ये सारे मैनू मेन लाइन रिपोर्टर जो मैं अंग्रेजी जर्नलिज्म च आया 83 च 77 तो 6 साल बाद, तो मैनू इन्ने मेरे लिंक ऑलरेडी बन चुके सी। और कुदरती ये सारे के सारे बंदे किसी ना किसी तरह एक या दूसरे किस्म के क्राइम नाल जुड़े हुए थे। समगलिंग भी क्राइम है, इस तरह इनकम टैक्स, DRI, ED, एनफोर्समेंट डायरैक्टरेट उदों इन्नी पावरफुल नहीं सी हुंदी। ते सज्जे संजीव टंडन उहदे च हुंदा सी, जिहदी वाइफ ने बाद च लखनऊ तो इलैक्शन भी लड़ी। तो वो सीगा, उस तो पहला कक्कड़ साहब हुंदे सी, CM मेहरा हुंदे सी, पूरी पंजाबी से बाहर 4 BI का विंग है जिहड़ा सेबी, उहदे चीफ विजिलेंस अफसर रहे। तो कर करा के थी कि बहुत सारे पंजाबी सर्कल जिहड़ा मेरा सी वो क्राइम रिलेटेड डिपार्टमेंट च काम करता सी। ते मैं जो अंग्रेजी का रिपोर्टर बनया 83 फ्री प्रेस जर्नल ज्वाइन किया, तो मेरे लिए थोड़ा जिहा आसान सी कि मैनू अंदरलियां खबरां पर्सनल लैवल ते मिल जांदियां सी। उन्हां दा मैनू बैनीफिट होया, एक्सक्लूसिव रिपोर्ट्स मिल जांदियां जो बड़ियां मकबूल होईयां। और उहदे नाल चलदे चलदे हौली हौली जिहड़े पंजाबी पॉलिटिशियन सीगे मुंबई दे, जिन्हां चों सुनील दत्त उदों भी 2 बार MP रह चुके सी, बलदेव खोसा 2 बार MLA रह चुके सी, वो बोगे कोले पिंड आ उहदा। ते इस तरह एक भुपिंदर बख्शी हुंदे सी, एक मनमोहन सिंह बेदी हुंदे जिहड़े मेयर रहे बाबे दे 2 टर्म। तो इस तरह एक बहल हुंदे सी, OP बहल, वो MLA सीगे कोलाबा तो इस तरह करते करते जिहड़े पंजाबी पॉलिटिशियन सी उन्हां नाल मेरी अच्छी दोस्ती हो गई। तो पोलीटिकल खबरां मिलण लग गईयां। तो इन्हां वे मैं एक ऑलराउंडर जिहा बन गया। इस तरह एक बड़ा अजीब ना लोग, मैं जो ना लैना मैनूं आप भी हासा आ जाता। उदों जिहड़ा बॉम्बे इंटरनेशनल एयरपोर्ट हुंदा सी, ਉਹਨੂੰ ਜਿਹੜੀ ਏਜੰਸੀ ਰਨ ਕਰਦੀ ਸੀ ਉਹਨੂੰ ਕਹਿੰਦੇ ਸੀ 에ਅਰਪੋਰਟ ਅਥਾਰਟੀ ਆਫ ਇੰਡੀਆ। ਓਕੇ। ਤੇ ਉਹਦੇ ਜਿਹੜੇ ਜਨਰਲ ਮੈਨੇਜਰ ਡਾਇਰੈਕਟਰ ਸੀ, ਸੌਰੀ ਜਨਰਲ ਮੈਨੇਜਰ ਤੋਂ ਵੀ ਉੱਪਰ ਪੂਰੇ ਬੋਬੇ ਤੇ 에ਅਰਪੋਰਟ ਦੇ ਇੰਚਾਰਜ, ਉਹਨਾਂ ਨਾਂ ਸੀ ਗੁਰਚਰਨ ਭਟੂਰਾ। तो ਅਸੀਂ छोले भटूरे खाने तो बड़ा अजीब जहा ना लगता ਸੀ, ਪਰ ਉਹਦਾ सरनेम ही भटूरा ਸੀਗਾ, गुरचरण भटूरा। बड़े हैंडसम आदमी सी, धर्मेंद्र वर्गे लंबे चौड़े, बड़े हसमुख। तो जो मैं एवीएशन कवर कर लगा तो मैनू उन्होंने एयरपोर्ट का रैड कार्ड बना के देता। तो रैड कार्ड एक मेरे को एक टाइम्स ऑफ इंडिया के रिपोर्टर को, एक PTI का कॉरस्पोंडेंट होंदा सी पटाबी, ਉਹਦੇ ਕੋਲੇ ਸੀਗਾ। ਤੇ ਅਸੀਂ 3 ਬੰਦੇ ਸਾਨੂੰ ਉਸ ਕਾਰਡ ਦੇ ਬੇਸਿਸ ਤੇ ਅਸੀਂ ਜਹਾਜ਼ ਛੱਡ ਕੇ, ਖਾਲੀ ਜਹਾਜ਼ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਉਹ ਥੱਲੇ ਪੌੜੀਆਂ ਤੱਕ ਜਾ ਸਕਦੇ ਸੀ, ਅਸੀਂ ਟਾਰਮੈਕ ਤੱਕ ਚਲੇ ਜਾਂਦੇ ਸੀ ਕਵਰ ਕਰਨ ਲਈ। ਸੋ ਆਈ ਬੀਨ ਲੱਕੀ ਕਿ ਇੰਨੇ ਵੱਡੇ ਵੱਡੇ ਲੋਕਾਂ ਨਾਲ ਮੇਰੇ ਅੱਛੇ ਰਿਸ਼ਤੇ ਰਹੇ ਔਰ ਉਹਨਾਂ ਦੀ ਬਦੌਲਤ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ। ਇਕੱਲਾ ਬੰਦਾ ਤਾਂ ਕਿਤੇ ਵੀ ਕੁਛ ਨਹੀਂ ਕਰ ਸਕਦਾ। ਔਰ ਉਹਨਾਂ ਕਰਕੇ ਮੈਨੂੰ ਕਾਫੀ ਅੰਦਰਲੀਆਂ ਗੱਲਾਂ 에ਅਰਪੋਰਟ ਦੀਆਂ ਸਟੋਰੀਜ਼, 에ਅਰਪੋਰਟ 'ਤੇ ਦੇਖੋ ਵੱਡੇ ਬੰਦੇ ਜਾਣਗੇ, ਪੈਸੇ ਵਾਲੇ VIP ਸੈਲੀਬ੍ਰਿਟੀਜ਼, ਆਮ ਆਦਮੀ ਤਾਂ ਬਾਈ ਏਅਰ ਟਰੈਵਲ ਨਹੀਂ ਸੀ ਕਰ ਸਕਦਾ ਉਦੋਂ, ਅੱਜ ਕੱਲ੍ਹ ਤਾਂ ਬਹੁਤ ਆਮ ਹੋ ਗਿਆ। ਤੋ 에ਅਰਪੋਰਟ ਕਵਰ ਕਰਦੇ ਆ ਮੈਨੂੰ ਜਿਹੜੇ ਕੁਦਰਤੀ ਪੰਜਾਬੀ ਐਕਟਰ ਸੀਗੇ, ਜਿਵੇਂ ਰਾਜ ਕਪੂਰ ਸਾਹਿਬ ਕਿਤੋਂ ਆ ਰਹੇ ਹੈ, ਜਾਂ ਦੇਵ ਸਾਹਿਬ ਆ ਰਹੇ ਹੈ, ਗੋਲਡੀ ਆ ਰਹੇ ਹੈ, ਜਾਂ ਹੋਰ ਵੱਡੇ ਐਕਟਰ, ਰਿਸ਼ੀ ਕਪੂਰ ਕਈ ਵਾਰੀ 에ਅਰਪੋਰਟ 'ਤੇ ਮਿਲਿਆ ਮੈਨੂੰ, ਰਾਜ ਬੱਬਰ 에ਅਰਪੋਰਟ 'ਤੇ ਮਿਲ ਗਿਆ, ਓਮਪੁਰੀ, राजेश खन्ना। तो ये करते करते अमिताभ बच्चन, ये सारे लोगों ने मेरी एयरपोर्ट से मित्रता पई। कोई सारा दिन एयरपोर्ट पर रहना, कदे किसी के दफ्तर बह जाना, कदे किसी दफ्तर बह जाना जाके। तो कस्टम वालियां नाल समगलिंग एयरपोर्ट से किवें हुंदी सी, पैसेंजर किवें समगलिंग का समान लैके आउंदे सी, वो सारा बड़े नेड़ेों देखण दा मौका मिलिया। तो जिन्ना तुसीं नेड़ेों कोई चीज़ देखते हो उन्नियां उहदियां डिटेल्स तुहानूं माइन्यूट डिटेल जिहड़ियां ਉਹ ਮਿਲ ਜਾਂਦੀਆਂ। ਉਹਦੇ ਨਾਲ ਨਾਲ ਆਖਰੀ ਗੱਲ ਇਹ ਸੀ ਕਿ ਜਦੋਂ ਮੈਂ ਰਿਪੋਰਟਰ ਬਣ ਗਿਆ 84, 85, 86, 87 ਤੱਕ ਕੁਦਰਤੀ ਜਿਹੜੇ 4-5 ਲਗਾਤਾਰ ਪੁਲਿਸ ਕਮਿਸ਼ਨਰ ਔਰ DG ਬਣੇ ਮਹਾਰਾਸ਼ਟਰ ਦੇ,
ਉਹ ਸਾਰੇ ਪੰਜਾਬੀ ਸੀ। ਠੀਕ। ਮਤਲਬ ਅਮਰਜੀਤ ਸਿੰਘ ਸਾਂਬਰਾ ਪੰਜਾਬੀ, ਸੁਭਾਸ਼ ਪਲੋਤਰਾ ਪੰਜਾਬੀ, ਓ.ਪੀ. ਬਾਲੀ ਪੰਜਾਬੀ, ਐਸ.ਐਸ. ਪੁਰੀ ਪੰਜਾਬੀ, ਇਹ ਸਾਰੇ ਡੀਜੀ ਬਣੇ ਮਹਾਰਾਸ਼ਟਰ ਦੇ, ਇਹਨਾਂ ਚੋਂ ਦੇ ਪੁਲਿਸ ਕਮਿਸ਼ਨਰ ਰਹੇ। ਤੋ ਇਸ ਕਰਕੇ ਉਹ ਬੀਇੰਗ ਪੰਜਾਬੀ ਤੁਹਾਨੂੰ ਇੱਕ ਬੈਨੀਫਿਟ ਜ਼ਰੂਰ ਮਿਲਦਾ, ਤੁਸੀਂ ਜਦੋਂ ਇੱਕ ਜ਼ਬਾਨ ਬੋਲਦੇ ਹੋ ਤੁਹਾਡੀ ਅਪਣਤ ਹੋ ਜਾਂਦੀ ਉਹਨਾਂ ਨਾਲ। ਉਦੋਂ ਮੋਬਾਈਲ ਫੋਨ ਹੁੰਦੇ ਨਹੀਂ ਸੀ, ਤੁਹਾਡਾ ਜ਼ਿਆਦਾ ਰਾਬਤਾ ਲੈਂਡਲਾਈਨ ਫੋਨ ਨਾਲ ਹੁੰਦਾ ਸੀ। ਘਰੇ ਕਿਸੇ ਨੂੰ ਫੋਨ ਕਰਨਾ ਡੀਜੀ ਦੇ ਜਾਂ ਪੁਲਿਸ ਕਮਿਸ਼ਨਰ ਜਾਂ ਕਿਸੇ ਹੋਰ ਵੱਡੇ ਅਫਸਰ ਦੇ, ਉਹ ਪੰਜਾਬੀ ਹੋਵੇ ਜਾਂ ਨਾਨ ਪੰਜਾਬੀ ਹੋਵੇ, ਤੇ ਉਹ ਇਹ ਹਰ ਵਾਰੀ ਇਸ ਤਰ੍ਹਾਂ ਸਾਹਿਬ ਆਪ ਤਾਂ ਫੋਨ ਚੱਕਦੇ ਨਹੀਂ ਸੀ। ਕਦੇ ਉਹਨਾਂ ਦੀ ਵਾਈਫ ਨੇ ਚੱਕ ਲੈਣਾ, ਉਹਨਾਂ ਨੂੰ ਵਾਸਤੇ ਸਤਿ ਸ੍ਰੀ ਅਕਾਲ ਕਹਿ ਕੇ ਗੱਲ ਕਰ ਲੈਣੀ। ਬੱਚਿਆਂ ਨੇ ਚੱਕ ਲੈਣਾ, ਬੱਚਿਆਂ ਨੇ ਫੋਨ ਤੇ ਅੰਕਲ ਕਹਿ ਦੇਣਾ ਕਿ ਡੈਡੀ ਦਾ ਕੋਈ ਬੰਦਾ ਫੋਨ ਕਰ ਰਿਹਾ, ਵੱਡਾ ਹੋਏਗਾ ਉਮਰ 'ਚ। ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜੇ ਵੱਡੇ ਅਫਸਰ ਦੇ ਬੇਟੇ ਮੇਰੀ ਉਮਰ 'ਤੇ ਸੀ, ਮੈਂ ਤਾਂ ਯੰਗ ਸੀ ਉਦੋਂ, ਉਹਨਾਂ ਨੇ ਵੀ ਕਹਿ ਦੇਣਾ ਅੰਕਲ ਪਾਪਾ तो वाशरूम में है, थोड़ी देर के बाद फ़ोन कर लेना, या पापा ब्रेकफास्ट कर रहे हैं, आप बाद में बात करवा देता हूँ। उन्होंने तो एक ओबाले साहब मेरे दोस्त थी, उन्होंने गणेश ओबाले, वो बहुत सीनियर पुलिस IPS अफसर थे, इंटैलीजेंस ज़्यादा रहे। उन्हों का बेटा अजय ओबाले वो बाद च DRI का जोनल डायरैक्टर बन गया IRS करके। तो मैं उन्होंने फोन किया, वो वाले साहब जो बच्चे से उदों तो जानते थे। वो कहता जैस अंकल यू आर वेलकम एनी टाइम, जो मर्जी आ जाओ। तो जो मैं मिलने गया मैंने कहता मैं तो गलती ना तो अंकल कहते रहा तुम तो मेरे बड़े भरावां वर्गे हो। सो इस तरह एक रिलेशन बनते गए। तो आई मीन लकी कि मैं वो रिलेशन मेनटेन करने च कामयाब रहा। बहुत सारे लोगों को मौका मिलता जिंदगी च, वड्डे लोगों को मिलन दा, वो शायद हर आदमी के बस का रोग नहीं होंदा कि वो इन्ने वड्डे लोगों नाल बहुत लंबे समय तक बना के रखने। सो मे बी आई हैड दैट स्पैशल एक्यूमेंट कह लो, या मेरा सुभाव ऐसा सी कि किते कोई गल बुरी भी लगनी तो अनदेखी कर देनी। लेकिन मैं कदे पर्सनल लैवल ते जाके किसी बंदे नूं सी नहीं सी देखता, क्योंकि गलतियां किसी बंदे तो भी हो सकदियां। सही है। तो वो कोई जानबूझ के गलती करता भी नहीं। नाले जो कोई बंदा काम करेगा तो ही गलती करेगा, जिन्हें काम ही कोई नहीं करना उन्हें गलती भी की करनी है। तो मैं अणगौलियां कर दिंदा सी। कोई सिस्टम हुंदा कई बारी बंदे ने तुहानूं नहीं खबर दित्ती, मे बी दैट वाज टू कॉन्फिडेंशियल, जां उहदे सीनियर शायद इस गल पसंद ना करदे कि मैनूं वो खबर दिंदा। तो मैं कदे इस तरह पर्सनल लैवल ते जाके कदे रिपोर्ट्स नहीं सी लिखता, ना मैं कदे किसी इंडिविजुअल दे खिलाफ लिखता सी, सरकारी अफसरां दे, क्योंकि उन्हां दीयां बड़ियां मजबूरियां हुंदियां। उन्हां तो कई बारी गलतियां जिहड़ियां वो सिस्टम च रह के जां अंडर प्रैशर भी उन्हां तो करवाइयां जांदियां। तो हुण जे एक वड्डे साहब ने अपने बताया तू कहता तू ये काम करना भावें गलत होवे, ਉਹਦੇ ਲਈ ਉਹ ਡਿਸਿਪਲਿਨ ਲੈਣਾ, ਉਹਨੇ ਸੀਨੀਅਰ ਦੀ ਗੱਲ ਮੰਨਣੀ ਹੈ। ਸੋ ਇਸ ਕਰਕੇ ਮੈਂ ਇਹੋ ਜਿਹੀਆਂ ਗੱਲਾਂ ਅਣਦੇਖੀਆਂ ਕਰ ਦਿੰਦਾ ਸੀ। ਤੇ ਉਹਦਾ ਫਾਇਦਾ ਇਹ ਹੋਇਆ ਕਿ ਕਿਸੇ ਨੂੰ ਇਹ ਮੌਕਾ ਨਹੀਂ ਮਿਲਿਆ ਮੈਨੂੰ ਕਹਿਣ ਦਾ ਕਿ ਤੁਸੀਂ ਮੇਰੇ ਖਿਲਾਫ ਲਿਖਿਆ ਸੀ ਤੇ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਸੋ ਟੂ ਮੈਨੀ ਥਿੰਗਸ ਪੁੱਟ ਟੁਗੇਦਰ ਬੜਾ ਵਧੀਆ ਆਗਾਜ਼ ਰਿਹਾ ਪੱਤਰਕਾਰੀ ਦਾ। ਪਰਮਰ ਜੀ, ਜਿੱਦਾਂ ਅੱਜ ਕੱਲ੍ਹ ਦੀ ਜਿਹੜੀ ਪੱਤਰਕਾਰੀ ਆ ਤੇ ਹੁਣ ਪਿਛਲੇ ਜ਼ਮਾਨੇ ਦੀ ਪੱਤਰਕਾਰੀ ਦੇ ਵਿੱਚ ਕੀ ਫਰਕ ਆ? ਕਿਉਂਕਿ ਅੱਜ ਕੱਲ੍ਹ ਵੀ ਜਿੱਦਾਂ ਕ੍ਰਾਈਮ ਤੇ ਪੱਤਰਕਾਰੀ ਹੁੰਦੀ ਆ, ਕਿੰਨਾ ਕੁ ਡਿਫਰੈਂਸ ਆ ਤੇ ਕਿੰਨੀਆਂ ਕੁ ਉਹੀ ਆ ਵੀ ਖੁਆਈਆਂ ਉਦੋਂ ਹੁੰਦੀਆਂ ਸੀ ਤੁਹਾਨੂੰ ਇਹ ਜਿੱਦਾਂ ਕ੍ਰਾਈਮ ਦੀਆਂ ਰਿਪੋਰਟਸ ਜਿਹੜੀਆਂ ਹੁੰਦੀਆਂ ਸੀ ਤਹਿ ਤੱਕ ਜਾਣ ਦਾ? ਜਿੱਦਾਂ ਹੁਣ ਤੁਸੀਂ ਜਿਹੜੀ ਹੈਗੀ ਆ ਸੰਜੇ ਦੱਤ ਦੀ ਜਦੋਂ ਰਿਪੋਰਟ ਪਹਿਲੀ ਰਿਪੋਰਟ ਜਿਹੜੀ ਤੁਸੀਂ ਹੀ ਬ੍ਰੇਕ ਕੀਤੀ ਸੀ ਉਹਨਾਂ ਦੀ, ਤੇ ਕਿੰਨੀ ਕੁ ਮਿਹਨਤ ਉਦੋਂ ਕਰਨੀ ਪੈਂਦੀ ਸੀ ਕੰਪੇਅਰ ਟੂ ਅੱਜ ਦਾ ਜਿਹੜਾ ਮਾਹੌਲ ਹੈਗਾ ਪੱਤਰਕਾਰੀ ਦਾ? ਦੇਖੋ, ਪਹਿਲਾਂ ਆਮ ਲੋਕ ਨਿਊਜ਼ਪੇਪਰ ਤੋਂ ਇਨਫੋਰਮੇਸ਼ਨ ਗੈਦਰ ਕਰਦੇ ਸੀ, ਖਬਰਾਂ ਅਖਬਾਰਾਂ 'ਚੋਂ ਮਿਲਦੀਆਂ ਸੀ। ਟੈਲੀਵਿਜ਼ਨ ਉਸ ਜ਼ਮਾਨੇ 'ਤੇ ਬਹੁਤ ਘੱਟ ਹੁੰਦਾ ਸੀ, ਖਾਲੀ ਦੂਰਦਰਸ਼ਨ ਹੁੰਦਾ ਸੀ। 96 97 'ਚ ਜਾ ਕੇ ਕਿਤੇ ਅੱਜ ਤੱਕ ਚੈਨਲ ਆਈ ਸੀ TV 'ਤੇ। ਉਦੋਂ ਪਹਿਲਾਂ ਸਾਰਾ ਕੁਝ ਦੂਰਦਰਸ਼ਨ ਤੋਂ ਦੇਖਣ ਨੂੰ ਮਿਲਦਾ ਸੀ, ਜਾਂ BBC ਜਿਹੜੇ ਲੋਕ ਅਫੋਰਡ ਕਰਦਾ ਸਕਦੇ ਸੀ ਉਸ ਜ਼ਮਾਨੇ 'ਚ, ਰੇਡੀਓ 'ਤੇ ਖਬਰਾਂ ਸੁਣ ਲੈਣੀਆਂ। ਅਤੇ ਲੇਕਿਨ ਮੇਨ ਜਿਹੜਾ ਸੋਰਸ ਆਫ ਇਨਫੋਰਮੇਸ਼ਨ ਪਬਲਿਕ ਲਈ ਹੁੰਦਾ ਸੀ ਉਹ ਨਿਊਜ਼ਪੇਪਰ ਹੁੰਦਾ ਸੀ, ਪ੍ਰਿੰਟ ਮੀਡੀਆ ਹੁੰਦਾ ਸੀ। ਉਦੋਂ ਰਿਪੋਰਟਰਸ ਮਿਹਨਤ ਕਰਦੇ ਸੀ, ਬਹੁਤ ਸਪੌਟ 'ਤੇ ਜਾਂਦੇ ਸੀ। ਮੁਜ਼ਾਹਰਾ ਹੋਇਆ ਜਾਂ ਐਕਸੀਡੈਂਟ ਹੋ ਗਿਆ ਜਾਂ ਮਰਡਰ ਹੋ ਗਿਆ ਜਾਂ ਕੋਈ ਰੇਪ ਵਿਕਟਮ ਹੈ ਜਾਂ ਵੱਡੀ ਚੋਰੀ ਹੋ ਗਈ, ਬੈਂਕ ਡਕੈਤੀ ਹੋ ਗਈ, ਅੱਗ ਲੱਗ ਗਈ ਕਿਤੇ ਵੱਡੀ ਬਿਲਡਿੰਗ, ਫਲੱਡ ਆ ਗਏ, ਭੁਚਾਲ ਆ ਗਏ, ਕੋਈ ਅਰਥਕੁਇਕ ਵੀ ਮਹਾਰਾਸ਼ਟਰ 'ਚ ਆਉਂਦੇ ਰਹਿੰਦੇ ਸੀ। ਅਤੇ ਕਰ ਕੇ
ਜੋ ਵੀ ਇਨਫੋਰਮੇਸ਼ਨ ਗੈਦਰ ਕਰਦੇ ਸੀ ਉਹਨੂੰ ਲੋਕਾਂ ਤੱਕ ਇਮਾਨਦਾਰੀ ਨਾਲ ਪਹੁੰਚਾਉਣਾ ਪੱਤਰਕਾਰਾਂ ਦਾ ਮੇਨ ਕੰਮ ਹੁੰਦਾ ਸੀ। ਅੱਜ ਕੱਲ੍ਹ ਇਹ ਬਿਲਕੁਲ ਉਲਟ ਹੋ ਗਿਆ। ਅੱਜ ਕੱਲ੍ਹ ਪੱਤਰਕਾਰਾਂ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ, ਉਹ ਲੋਕਾਂ ਨੂੰ ਪੁੱਛ ਕੇ ਦੱਸਦੇ ਆ। ਹੁਣ ਇਨਫੋਰਮੇਸ਼ਨ ਲੋਕਾਂ ਤੋਂ ਲੈਂਦੇ ਜਿਹੜੀ ਅਸੀਂ ਲੋਕਾਂ ਨੂੰ ਦਿੰਦੇ ਹੁੰਦੇ ਸੀ। ਦੂਸਰਾ ਲੈਕ ਆਫ ਟ੍ਰੇਨਿੰਗ, ਪੱਤਰਕਾਰਤਾ ਨੂੰ ਲੋਕਾਂ ਨੇ ਬਹੁਤ ਲਾਈਟਲੀ ਲੈ ਲਿਆ। ਮਤਲਬ ਇੱਕ ਸਿੰਬਲ ਬਣ ਗਿਆ ਕਿ ਤੁਹਾਡੇ ਹੱਥ 'ਚ ਇੱਕ ਬੂਮ ਹੈ, ਤੁਸੀਂ ਉਹ ਲੈ ਕੇ ਜਿੱਥੇ ਮਰਜ਼ੀ ਘੁੱਸਦੇ ਹੋ, ਤੁਹਾਨੂੰ ਇੱਕ ਲਾਇਸੈਂਸ ਮਿਲ ਗਿਆ। ਇਹ ਪੱਤਰਕਾਰਤਾ ਨਹੀਂ ਹੈ। ਮਤਲਬ ਜਿਵੇਂ ਹਰ ਬੰਦਾ ਜਿਹਦੇ ਹੱਥੇ ਡੰਡਾ ਹੋਵੇ ਉਹ ਪੁਲਿਸ ਵਾਲਾ ਨਹੀਂ ਹੁੰਦਾ। ਸਹੀ ਆ। ਉਹ ਚੌਕੀਦਾਰ ਕੋਲ ਵੀ ਡੰਡਾ ਹੁੰਦਾ। ਤੇ ਇਸ ਤਰ੍ਹਾਂ ਪੱਤਰਕਾਰ ਜ਼ਿਆਦਾ ਉਹ ਡੰਡੇ ਦੇ ਫਰਕ ਨੂੰ ਭੁੱਲ ਗਏ ਕਿ ਉਹ ਡੰਡਾ ਕਿਸ ਪਰਪਸ ਲਈ ਹੈ। ਬੇਸਿਕ ਨੌਲੇਜ ਨਹੀਂ ਹੈ, ਟ੍ਰੇਨਿੰਗ ਨਹੀਂ ਆ, ਸਿਰਫ ਸਰਟੀਫਿਕੇਟ ਦੇ ਸਿਰ ਤੇ ਚੱਲ ਰਿਹਾ। ਤੁਸੀਂ ਅਗਰ ਹਿੰਦੁਸਤਾਨ ਦੇ ਬਿਹਤਰੀਨ ਜਰਨਲਿਸਟ ਦੇਖੋ, ਕੁਲਦੀਪ ਨਈਅਰ ਤੋਂ ਲੈ ਕੇ ਖੁਸ਼ਵੰਤ ਸਿੰਘ ਤੋਂ ਲੈ ਕੇ ਜਾਂ MB ਕਾਮਤ ਤੋਂ ਲੈ ਕੇ ਥੱਲੇ ਡਾਊਨ ਦਾ ਲਾਈਨ ਪ੍ਰਤੀਸ਼ ਨੰਦੀ ਤੇ ਜਾਂ ਮੇਰੇ ਵਰਗੇ ਬੰਦੇ ਜਿਹੜੇ ਬਾਅਦ 'ਚ ਆਏ। ਪ੍ਰਤੀਸ਼ ਨੰਦੀ ਮੇਰਾ ਕੰਟੈਂਪਰੇਰੀ ਹੈ, ਸਾਡੀ ਇੱਕੋ ਜਿਹੀ ਉਮਰ ਹੈ, ਸਾਡੀ ਡੇਟ ਆਫ ਬਰਥ ਵੀ ਇੱਕ ਅੱਧੇ ਦਿਨ ਦਾ ਫਰਕ ਹੈ, ਸੇਮ ਈਅਰ ਦੇ ਬੌਰਨ ਆ, ਤੇ ਸਾਡੀ ਬਣਦੀ ਬਹੁਤ ਅੱਛੀ ਹੈ। ਤੇ ਖੁਸ਼ਵੰਤ ਸਿੰਘ ਬਹੁਤ ਸੀਨੀਅਰ ਸੀ, ਮੈਂ ਉਹਨਾਂ ਨੂੰ ਬਹੁਤ ਮਿਲਣ ਦਾ ਮੌਕਾ ਮਿਲਿਆ। ਇਸ ਕਿਸੇ ਨੇ ਵੀ ਜਰਨਲਿਜ਼ਮ ਦਾ ਕੋਰਸ ਨਹੀਂ ਕੀਤਾ, ਨਾ ਮੈਂ ਕੀਤਾ। ਮੈਂ ਤਾਂ ਲਿਟਰੇਚਰ ਦਾ ਸਟੂਡੈਂਟ ਸੀ, ਫਿਲਾਸਫੀ ਦਾ ਸਟੂਡੈਂਟ ਸੀ, ਜਰਨਲਿਜ਼ਮ ਤਾਂ ਮਗਦੇ ਕੀਤੇ ਹੀ ਨਹੀਂ, ਤੇ ਨਾ ਕਦੇ ਜ਼ਿੰਦਗੀ ਸੋਚਿਆ ਸੀ ਕਿ ਜਰਨਲਿਸਟ ਬਣਨਾ। ਤੇ ਇਹ ਤਾਂ ਇੱਕ ਮੌਕਾ ਮਿਲਿਆ ਤੇ ਮੈਂ ਸੰਭਾਲ ਲਿਆ, ਉਦੋਂ ਪ੍ਰੋਫੈਸ਼ਨ ਬਣਾ ਲਿਆ ਉਹਨੂੰ, ਅੱਜ ਤੱਕ ਉਹਦੇ ਜੁੜੇ ਹੋਏ ਆ। ਅੱਜ ਕੱਲ੍ਹ ਜਿਹੜਾ ਨਾ ਇੱਕ ਕੋਰਸ ਬਣ ਗਿਆ ਮਾਸ ਕਮਿਊਨੀਕੇਸ਼ਨ, ਉਹ ਜਿਹਨੇ BA ਕਰ ਲਈ 3 ਸਾਲ ਮਾਸ ਕਮਿਊਨੀਕੇਸ਼ਨ ਪੜ੍ਹ ਲਿਆ, ਉਹ ਤੁਹਾਨੂੰ ਤੁਹਾਡੀ ਜਿਹੜੀਆਂ ਰॉ ਸਕਿੱਲਸ ਹੁੰਦੀਆਂ, ਸਕੂਲ 'ਚੋਂ ਨਿਕਲ ਕੇ ਜੂਨੀਅਰ ਕਾਲਜ 'ਚੋਂ ਨਿਕਲ ਕੇ ਕਾਲਜ ਆਉਂਦੇ ਤਾਂ ਤੁਹਾਨੂੰ ਬੇਸਿਕ ਜੀ ਕਿਤਾਬੀ ਸਿੱਖਿਆ ਦਿੱਤੀ ਜਾਂਦੀ ਹੈ। ਦੈਟ ਡਜ਼ਨਟ ਟੀਚ ਯੂ ਹਾਊ ਟੂ ਗੈਦਰ ਨਿਊਜ਼, ਉਹਨੂੰ ਇਨਸੈਮੀਨੇਟ ਕਿਵੇਂ ਕਰਨਾ, ਉਹਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ, ਡਾਇਸੈਕਟ ਕਿਵੇਂ ਕਰਨਾ, ਚੈੱਕ ਕਿਵੇਂ ਕਰਨਾ, ਕ੍ਰਾਸ ਚੈੱਕ ਕਿਵੇਂ ਕਰਨਾ, ਡਬਲ ਚੈੱਕ ਕਿਵੇਂ ਕਰਨਾ, ਉਹ ਕੋਈ ਨਹੀਂ ਸਿਖਾਉਂਦਾ। ਤੇ ਪ੍ਰੈਕਟੀਕਲ ਨੌਲੇਜ ਸਾਡੇ ਜ਼ਮਾਨੇ 'ਚ ਪਤਾ, ਤੁਸੀਂ ਜਿੰਨੇ ਮਰਜ਼ੀ ਐਕਸਪੀਰੀਅੰਸ ਹੋਵੋ, ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਵੋ, ਜਦੋਂ ਨਵੇਂ ਅਖਬਾਰ 'ਚ ਜਾਈਦਾ ਉੱਥੇ ਜਾ ਕੇ ਪਹਿਲਾਂ 6 ਮਹੀਨੇ ਤੁਹਾਨੂੰ ਇਹ ਟ੍ਰੇਨਿੰਗ ਰੱਖਦੇ, ਭਾਵੇਂ ਵੱਡੀ ਪੋਸਟ 'ਤੇ ਰੱਖਣ, ਫਿਰ ਵੀ 6 ਮਹੀਨੇ ਦਾ ਜਸਟੇਸ਼ਨ ਪੀਰੀਅਡ ਹੁੰਦਾ ਸੀ ਕਿ ਤੁਸੀਂ ਉਹਨਾਂ ਦੇ ਸੈਟਅਪ 'ਚ ਐਡਜਸਟ ਕਰ ਸਕੋਗੇ ਕਿ ਨਹੀਂ ਕਰ ਸਕੋਗੇ। ਤੇ ਹਰ ਅਖਬਾਰ ਦਾ ਆਪਣਾ ਇੱਕ ਕਲਚਰ ਹੁੰਦਾ ਸੀ। ਟਾਈਮਜ਼ ਆਫ ਇੰਡੀਆ ਦਾ ਆਪਣਾ ਕਲਚਰ ਸੀ, ਜਿਹੜਾ ਪੰਜਾਬ ਦੇ ਟ੍ਰਿਬਿਊਨ ਦੇ ਕਲਚਰ ਨਾਲ ਬਹੁਤ ਮਿਲਦਾ। ਇੱਕ ਕਿਸਮ ਨਾਲ ਪ੍ਰੋ ਸਰਕਾਰੀ ਐਡਮਿਨਿਸਟ੍ਰੇਸ਼ਨ ਦੇ ਹੱਕ 'ਚ ਤੇ ਕਲੈਰੀਕਲ ਜਿਹਾ ਸਿਸਟਮ ਸਰਕਾਰੀ ਅਦਾਰਿਆਂ ਵਾਂਗ ਕੰਮ ਕਰਦਾ। ਇਹਦੇ ਨਾਲ ਥੋੜ੍ਹਾ ਬੋਲਡ ਸੀ, ਕਿਉਂਕਿ ਉਹਦੇ ਮਾਲਕ ਜਿਹੜੇ ਸੀ ਉਹ ਐਂਟੀ ਐਸਟੈਬਲਿਸ਼ਮੈਂਟੇਰੀਅਨ ਸੀਗੇ। ਰਾਮਨਾਥ ਗੋਇੰਕਾ ਉਹਨਾਂ ਦੇ ਬੇਟੇ, ਉਹਨਾਂ ਦੀ ਬਹੂ ਵੀ, ਉਹਨਾਂ ਦੀ ਸਰੋਜ, ਇਹ ਸਾਰੇ ਐਂਟੀ ਐਸਟੈਬਲਿਸ਼ਮੈਂਟ ਸੀਗੇ। ਤੇ ਜਿੱਥੇ ਤੁਹਾਨੂੰ ਐਂਟੀ ਐਸਟੈਬਲਿਸ਼ਮੈਂਟ ਤੁਸੀਂ ਹੁੰਦੇ ਹੋ, ਤੁਹਾਨੂੰ ਗੱਲ ਕਰਨ ਦਾ ਜ਼ਿਆਦਾ ਮੌਕਾ ਮਿਲਦਾ। ਤਾਰੀਫ ਕਰਨਾ ਜਿਹੜਾ ਉਹ ਬੇਸਿਕਲੀ ਚਮਚਾਗਿਰੀ ਦੀ ਨਿਸ਼ਾਨੀ ਹੁੰਦੀ ਹੈ। ਤੇ ਕਿਸੇ ਦੀਆਂ ਗਲਤੀਆਂ ਕੱਢਣੀਆਂ, ਕਿਸੇ ਨੁਕਸ ਕੱਢਣੇ, ਕ੍ਰਿਟਿਸਿਜ਼ਮ, ਉਹ ਕ੍ਰੀਏਟਿਵ ਹੋਣਾ ਚਾਹੀਦਾ। ਕ੍ਰਿਟਿਸਿਜ਼ਮ ਖਾਲੀ ਕਿਸੇ ਨੂੰ ਥੱਲੇ ਲਾਉਣ ਲਈ ਜਾਂ ਦਿਖਾਉਣ ਲਈ ਨਹੀਂ। ਤੇ ਇਹ ਕੁਝ ਬੇਸਿਕ ਗੱਲਾਂ ਹੁੰਦੀਆਂ ਜਰਨਲਿਜ਼ਮ ਦੀਆਂ, ਔਰ ਉਹ ਤੁਹਾਨੂੰ ਕਿਤਾਬਾਂ ਨਹੀਂ ਸਿਖਾ ਸਕਦੀਆਂ, ਡਿਗਰੀਆਂ ਨਹੀਂ ਸਿਖਾ ਸਕਦੀਆਂ, ਮਾਸ ਕਮਿਊਨੀਕੇਸ਼ਨ ਦਾ ਕੋਰਸ ਨਹੀਂ ਸਿਖਾ ਸਕਦਾ। ਇਹ ਤਾਂ ਤੁਸੀਂ ਮੈਨੂੰ ਇੱਕ ਬੰਦਾ, ਅਨਪੜ੍ਹ ਬੰਦਾ ਦੇ ਰਹੇ ਹੋ ਬਿਲਕੁਲ, ਜਿਹੜਾ ਕਿਸੇ ਸਕੂਲ ਨਹੀਂ ਗਿਆ ਕਦੇ, ਕੋਈ ਵੀ, ਉਹਨੂੰ 3 ਮਹੀਨੇ ਮੇਰੇ ਕੋਲ ਛੱਡ ਦੇ ਸਵੇਰ ਤੋਂ ਸ਼ਾਮ ਤੱਕ। 3 ਮਹੀਨੇ ਬਾਅਦ ਉਹ ਬਹੁਤ ਵਧੀਆ ਰਿਪੋਰਟਰ ਬਣਿਆ ਹੋਏਗਾ। ਇਹ ਸਕਿੱਲ ਪ੍ਰੈਕਟੀਕਲੀ ਸਿਖਾਈ ਜਾ ਸਕਦੀ। ਸਹੀ ਆ। ਔਰ ਦੂਸਰੀ ਗੱਲ, ਪੜ੍ਹਾਈ, ਡਿਗਰੀਆਂ ਵਾਲੀ ਪੜ੍ਹਾਈ ਨਹੀਂ, ਅਦਰਵਾਈਜ਼ ਪੜ੍ਹਨਾ। ਜਿੰਨਾ ਤੁਸੀਂ ਜ਼ਿਆਦਾ ਪੜ੍ਹੋਗੇ, ਜੋ ਮਰਜ਼ੀ ਪੜ੍ਹ ਲਓ, ਤੁਹਾਡੇ ਆਪਣੇ ਟੇਸਟ 'ਤੇ ਡਿਪੈਂਡ ਕਰਦਾ। ਤੁਸੀਂ ਰਸ਼ੀਅਨ ਨਾਵਲ ਪੜ੍ਹਦੇ ਆ, ਨਾਵਲ ਪੜ੍ਹੀ ਜਾਓ, ਫਰੈਂਚ ਲਿਟਰੇਚਰ ਪੜ੍ਹ ਲਓ, ਚਾਈਨੀਜ਼ ਲਿਟਰੇਚਰ ਪੜ੍ਹ ਲਓ, ਪੋਲੀਟਿਕਸ ਪੜ੍ਹ ਲਓ, ਫਿਲਾਸਫੀ ਪੜ੍ਹ ਲਓ, ਸਾਇੰਸ ਪੜ੍ਹ ਲਓ, ਫਾਈਨ ਆਰਟਸ ਪੜ੍ਹ ਲਓ, ਹਿਸਟਰੀ ਪੜ੍ਹ ਲਓ। ਕੁਛ ਨਾ ਕੁਛ ਇੱਕ ਹੌਬੀ ਇੱਕ ਪੱਤਰਕਾਰ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਗੱਲ ਕਰਦੇ ਕਰਦੇ ਕਿਤੇ ਨਾ ਕਿਤੇ ਜਦੋਂ ਐਗਜ਼ਾਮਪਲ ਦੇਣ ਦੀ ਲੋੜ ਪੈਂਦੀ ਹੈ, ਕਿਸੇ ਘਟਨਾ ਨੂੰ ਤੁਸੀਂ ਐਕਸਪਲੇਨ ਕਰਨਾ, ਤੇ ਉੱਥੇ ਜਦੋਂ ਤੁਸੀਂ ਤਸ਼ਬੀਹਾਂ ਦੇ ਕੇ ਕਰਦੇ ਹੋ, ਉਹ ਪਬਲਿਕ ਨੂੰ ਚੰਗਾ ਲੱਗਦਾ। ਮਸਲਨ
ਜੇ ਕਿਤੇ ਕੋਈ ਬਹੁਤ ਵੱਡਾ ਪੁਲਿਸ ਤਸ਼ੱਦਦ ਹੋ ਜਾਏ, ਬੜੀਆਂ ਲਾਠੀ ਚਾਰਜ ਬੜਾ ਜ਼ਬਰਦਸਤ ਕੀਤਾ, ਕੁਝ ਲੋਕਾਂ ਦੀਆਂ ਸੱਟਾਂ ਲੱਗੀਆਂ, ਹੱਡੀਆਂ ਟੁੱਟ ਗਈਆਂ, ਸਿਰ ਪਾੜ ਗਏ, ਤੇ ਆਪਾਂ ਕਹਿ ਦਿੰਦੇ ਹਾਂ ਕਿ ਮਾਡਰਨ ਡੇ ਜਲਿਆਂਵਾਲਾ ਬਾਗ ਹੈ। ਤੇ ਉਹ ਜਲਿਆਂਵਾਲਾ ਬਾਗ ਪਾਰਟ ਆਫ ਹਿਸਟਰੀ ਹੈ। ਉੱਥੇ ਇਹੋ ਜਿਹਾ ਕੰਪਨਾ ਹੋਇਆ ਸੀ, ਅਸੀਂ ਉਹਦੇ ਨਾਲ ਜੋੜ ਕੇ ਚੀਜ਼ਾਂ ਦੇਖਦੇ ਹਾਂ। ਤੇ ਜੇ ਤੁਹਾਨੂੰ ਹਿਸਟਰੀ ਨਹੀਂ ਪਤਾ, ਜੇ ਅੱਜ ਕੱਲ੍ਹ ਦੇ ਰਿਪੋਰਟਰ ਮੈਂ ਬੜੀ ਵਾਰੀ ਦੇਖਦਾ, ਉਹਨਾਂ ਦੀਆਂ ਤਸਵੀਰਾਂ ਇੰਨੀਆਂ ਗਲਤ ਹੁੰਦੀਆਂ। ਇੱਕ ਪੁਲਿਸ ਵਾਲਾ ਇੱਕ ਮੋਟਰਸਾਈਕਲ ਵਾਲੇ ਨੂੰ ਮਾਰ ਰਿਹਾ ਡੰਡੇ ਨਾਲ, ਉਹਦੇ ਥੱਲੇ ਲਿਖਿਆ ਹੋਇਆ ਪੰਜਾਬ ਪੁਲਿਸ ਨੇ ਜਲਿਆਂਵਾਲਾ ਬਾਗ ਦੁਹਰਾ ਦਿੱਤਾ। ਹੁਣ ਇੱਕ ਪੁਲਿਸ ਵਾਲਾ ਇੱਕ ਬੰਦੇ ਨੂੰ ਕੁੱਟ ਰਿਹਾ, ਤੇ ਜਲਿਆਂਵਾਲਾ ਬਾਗ ਕਿੱਥੋਂ ਆ ਗਿਆ? ਸਹੀ ਆ। ਉਹ ਬੰਦੇ ਨੂੰ ਪਤਾ ਹੀ ਨਹੀਂ ਹਿਸਟਰੀ ਕੀ ਸੀ, ਜਲਿਆਂਵਾਲੇ ਬਾਗ 'ਚ ਕੀ ਹੋਇਆ। ਫਿਰ ਜਿਹੜੀਆਂ ਭੇੜ ਚਾਲ ਅੱਜ ਦੇ ਜ਼ਮਾਨੇ 'ਚ ਜਿਹੜਾ ਜਰਨਲਿਜ਼ਮ ਹੈ, ਉਹਨੂੰ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਭੇੜ ਚਾਲ ਨੇ। ਹਰ ਨਿਊਜ਼ ਚੈਨਲ 'ਚ 15-15, 20-20 ਟੈਲੀਵਿਜ਼ਨ ਸਕਰੀਨ ਲਾਈਆਂ ਹੋਈਆਂ। ਉਹ ਬੈਠੇ ਉੱਥੇ ਸੋ ਕਾਲ ਜਿਹੜੇ ਡੈਸਕ ਦੇ ਬੰਦੇ ਉਹ ਦੇਖ ਰਹੇ ਆ, ਕੰਨ 'ਤੇ ਤਾਂ ਲੱਗੀ ਆ ਉਹ TV ਸੈੱਟ, ਉਹਨਾਂ ਨੂੰ ਦੇਖ ਕੇ ਕਿਹੜੀ ਚੈਨਲ ਕੀ ਦਿਖਾ ਰਹੀ ਆ, ਫਟਾਫਟ ਚੇਂਜ ਕਰਕੇ ਚਲੋ ਆਪਣੀ ਲਾਈਨ 2-4 ਲਾਈਨਾਂ ਚੇਂਜ ਕੀਤੀਆਂ, ਹੈਡਿੰਗ ਚੇਂਜ ਕੀਤਾ, ਉਹੀ ਖਬਰ ਜਿਹੜੀ ਆਲਰੇਡੀ ਚੱਲ ਰਹੀ ਹੈ ਉਹਨੂੰ ਰਿਪੀਟ ਕਰਨ ਲੱਗ ਜਾਂਦੇ। ਉਹ 'ਚ ਕੁਛ ਐਡ ਨਹੀਂ ਕਰਦੇ। ਉਹ ਐਡ ਕਿੱਥੋਂ ਕਰਨਗੇ? ਜਿਹਨੂੰ ਆਪ ਨੌਲੇਜ ਹੋਏਗੀ। ਔਰ ਮੈਂ ਦੇਖਿਆ ਬਹੁਤ ਸਾਰੇ ਬੰਦੇ ਚੈਨਲਸ 'ਤੇ ਉਹੀ ਬੰਦਾ ਅੱਜ ਤੋਂ 2 ਸਾਲ ਪਹਿਲਾਂ ਜ਼ੀ ਨਿਊਜ਼ 'ਚ ਹੁੰਦਾ ਸੀ, ਉੱਥੋਂ ਕਿਸੇ ਕਾਰਨ ਕੱਢ ਦਿੱਤਾ ਜਾਂ ਛੱਡ ਕੇ ਉਹ TV 18 ਚਲਿਆ ਗਿਆ, ਉੱਥੋਂ ਛੱਡ ਕੇ ਉਹ ਜੀਓ 'ਚ ਆ ਜਾਂਦਾ ਜਾਂ ਆਜ ਤੱਕ 'ਤੇ ਚਲਿਆ ਜਾਂਦਾ। ਮਤਲਬ ਇਹੋ ਜਿਹੇ ਬੰਦੇ ਜਿਹੜੇ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਉਹ ਮਰ ਜਾਏਗਾ ਲੇਕਿਨ ਇਹ ਚੈਨਲ ਨਹੀਂ ਛੱਡੇਗਾ, ਉਹੋ ਜਿਹੇ ਬੰਦੇ ਵੀ ਆ। ਹੁਣ ਰੀਸੈਂਟਲੀ ਹੋਇਆ ਉਹ ਚੌਧਰੀ ਇੱਕ ਔੜਾ, ਉਹ ਜ਼ੀ ਛੱਡ ਕੇ ਉਹ ਚਲਿਆ ਗਿਆ, ਅੱਜ ਤੱਕ 'ਤੇ ਚਲਿਆ ਗਿਆ। ਤੋ ਇਹ ਜਿਹੜਾ ਇੱਕ ਪੈਸੇ ਲਈ ਜਿੱਥੇ ਤੁਹਾਨੂੰ ਜ਼ਿਆਦਾ ਚੰਗਾ ਪੈਕੇਜ ਮਿਲਦਾ, ਉੱਥੇ ਜਾਣ ਲਈ ਕਲਕੱਤੇ ਦਾ ਬੰਦਾ ਬੰਬਈ 'ਚ ਨੌਕਰੀ ਕਰ ਰਿਹਾ, ਜਿਹਨੂੰ ਬੰਬਈ ਬਾਰੇ ਕੁਛ ਨਹੀਂ ਪਤਾ। ਬੰਬਈ ਦਾ ਬੰਦਾ ਬੈਂਗਲੌਰ ਜਾ ਕੇ ਨੌਕਰੀ ਕਰ ਰਿਹਾ। ਇਹ ਹਾਲ ਪੰਜਾਬ 'ਚ ਹੈ। ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਚੈਨਲ ਵਾਲੇ ਨੇ ਮੈਨੂੰ ਬੁਲਾਇਆ ਸਟੂਡੀਓ 'ਚ, ਉਹਨਾਂ ਦੇ ਡਿਸਕਸ਼ਨ ਸੀ ਇੱਕ, ਅਤੇ ਉਹ ਉਦੋਂ ਬਾਅਦ ਜਦੋਂ ਮੈਨੂੰ ਗੱਡੀ ਘਰ ਭੇਜਣੀ ਸੀ, ਉਹਨਾਂ ਨੇ ਮੈਨੂੰ ਕਹਿੰਦੇ ਸਰ ਆ ਸਾਡੀ ਗੱਡੀ ਜਾ ਰਹੀ ਹੈ ਕਿ ਇੱਕ ਯੂਨਿਟ ਨੂੰ ਡਰੋਪ ਕਰਨਾ, ਉੱਥੇ ਉਹਨੂੰ ਡਰੋਪ ਕਰ ਦੇਣਗੇ, ਫਿਰ ਤੁਹਾਨੂੰ ਘਰ ਛੱਡ ਦੇਣਗੇ, ਫਿਰ ਉਹ ਯੂਨਿਟ ਨੂੰ ਵਾਪਸ ਲੈ ਕੇ ਆ ਜਾਣਗੇ। ਹੁਣ ਉਹਨਾਂ ਦਾ ਆਫਿਸ ਚੰਡੀਗੜ੍ਹ ਇੱਕ ਸੈਕਟਰ 'ਚ, ਉੱਥੋਂ ਉਹ ਯੂਨਿਟ ਪਹਿਲਾਂ ਮੈਂ ਕਿਹਾ ਚਲ ਕੋਈ ਨਹੀਂ, ਮੇਰੀ ਅਕੋਮੋਡੇਟਿੰਗ ਨੇਚਰ ਹੈ, ਮੈਂ ਕਿਹਾ ਠੀਕ ਆ। ਅਤੇ ਉਹ ਪਹਿਲਾਂ ਪੰਚਕੂਲੇ ਲੈ ਗਏ। ਬਰਸਾਤ ਹੋਈ ਜ਼ਬਰਦਸਤ, ਸੜਕਾਂ 'ਤੇ ਪਾਣੀ ਭਰਿਆ ਪਿਆ। 2 ਘੰਟੇ ਸਾਨੂੰ ਚੰਡੀਗੜ੍ਹ ਤੋਂ ਪੰਚਕੂਲੇ ਪਹੁੰਚਣ ਨੂੰ ਲੱਗੇ, ਉੱਥੋਂ ਛੱਡ ਕੇ 2 ਘੰਟੇ ਮੇਰੇ ਘਰ ਆਉਣ ਨੂੰ ਲੱਗੇ, 4 ਘੰਟੇ ਹੋ ਗਏ। ਜਿਹੜਾ ਮੇਰਾ 15 ਮਿੰਟ ਦਾ ਰਾਹ ਸੀ ਉਹਨਾਂ ਦੇ ਸਟੂਡੀਓ ਤੋਂ ਮੇਰਾ ਘਰ। ਉਸ ਤੋਂ ਬਾਅਦ ਮੇਰੀ ਗੱਲ ਛੱਡੋ, ਉਹ ਗੱਡੀ ਚਲਾਉਣ ਵਾਲਾ ਮੁੰਡਾ ਵਿਚਾਰਾ ਜਿਹਦੀ ਗੱਡੀ ਉਹਨਾਂ ਨੇ ਹਾਇਰ ਕੀਤੀ ਹੋਈ ਸੀ, ਉਹ ਮੈਨੂੰ ਛੱਡ ਕੇ ਫਿਰ ਵਾਪਸ ਪੰਚਕੂਲੇ ਗਿਆ, ਉਹਨੂੰ ਫਿਰ ਵਾਪਸ 2.5 ਘੰਟੇ ਲੱਗੇ। ਪੰਚਕੂਲੇ ਤੋਂ ਫਿਰ ਵਾਪਸ ਉਹ 2 ਘੰਟੇ ਲਾ ਕੇ ਆਪਣੇ ਆਫਿਸ ਵਾਪਸ ਆਇਆ। ਮਤਲਬ ਜਿਹੜਾ ਕੰਮ ਇੱਕ ਗੱਡੀ ਅਗਰ ਪੰਚਕੂਲੇ ਜਾਂਦੀ, ਉਹਨੇ ਘੰਟੇ ਪਹੁੰਚ ਜਾਣਾ, ਘੰਟੇ ਵਾਪਸ ਆ ਜਾਣਾ, 2 ਘੰਟੇ ਜਾਂ ਅੱਧਾ ਘੰਟਾ ਇੰਟਰਵਿਊ, 2.5 ਘੰਟੇ। ਇਸ ਬੰਦੇ ਨੂੰ ਵਿਚਾਰੇ ਨੂੰ 8 ਘੰਟੇ ਲੱਗੇ, ਔਰ ਉਹ 'ਚ 5 ਬੰਦੇ ਜਿਹੜੇ ਸੀ ਉਹਨਾਂ ਦੇ 5-5, 6-6 ਘੰਟੇ ਖਰਾਬ ਹੋ ਗਏ। ਟਾਈਮ ਦੀ ਕੋਈ ਕੀਮਤ ਨਹੀਂ ਹੈ, ਮੈਨੇਜਮੈਂਟ ਨਹੀਂ ਹੈ। ਔਰ ਉਹ ਜਿਹੜੀ ਕੁੜੀ ਉਹ ਇੰਟਰਵਿਊ ਲੈਣ ਜਾ ਰਹੀ ਸੀ, ਉਹਨੂੰ ਇਹ ਪਤਾ ਨਹੀਂ ਕਿ ਸਬਜੈਕਟ ਕੀ ਹੈ। ਉਹਨੂੰ ਖਾਲੀ ਇੰਨਾ ਦੱਸਿਆ ਕਿ ਇੱਕ ਕੋਈ ਕੁੜੀ ਬ੍ਰਾਜ਼ੀਲ ਜਾ ਰਹੀ ਹੈ, ਅਤੇ ਉਹਨੇ ਨਾਲ ਇੰਟਰਵਿਊ ਕਰਕੇ ਆਉਣੀ, ਔਰ ਉਹ ਹੈਂਡੀਕੈਪਟ ਹੈ ਬਸ। ਠੀਕ। ਕਿਉਂ ਜਾ ਰਹੀ ਹੈ ਬ੍ਰਾਜ਼ੀਲ, ਕੀ ਕਰਨ? ਉਹ ਵਿਚਾਰੀ ਫੋਨ ਕਰ ਕੇ ਉਹਨੂੰ ਪੁੱਛ ਰਹੀ ਹੈ, ਆਪਣੇ ਨੂੰ ਪ੍ਰਪੇਅਰ ਕਰ ਰਹੀ ਹੈ। ਉਹਨੇ ਕਿਤੇ ਕਹਿਤਾ ਮੈਂ ਬਲੱਡ ਮਨੀ ਸਟੱਡੀ ਕਰਨ ਜਾ ਰਹੀ ਹਾਂ, ਅਤੇ ਉਹ ਕੁੜੀ ਮੈਨੂੰ ਪੁੱਛ ਰਹੀ ਹੈ ਕਿ ਸਰ ਬਲੱਡ ਮਨੀ ਕੀ ਹੁੰਦੀ ਹੈ। ਉਹ ਟੈਲੀਵਿਜ਼ਨ 'ਤੇ ਰਿਪੋਰਟਰ ਹੈ। ਮਤਲਬ ਮੈਂ ਉਹਨੂੰ ਪੁੱਛਿਆ ਤੇਰੀ ਕੁਆਲੀਫਿਕੇਸ਼ਨ ਕੀ ਹੈ? ਕਹਿੰਦੀ ਮੈਂ ਮਾਸਟਰਸ ਕੀਤੀ ਹੈ ਮਾਸ ਕਮਿਊਨੀਕੇਸ਼ਨ ਦੀ। ਮੈਂ ਕਿਹਾ ਠੀਕ ਆ। ਮੈਨੂੰ ਤਾਂ ਇਹ ਲੱਗਿਆ ਕਿ ਸ਼ਾਇਦ ਮੈਂ ਨਹੀਂ ਕੀਤਾ ਤਾਂ ਚੰਗਾ ਨਹੀਂ, ਇਹੋ ਜਿਹੇ ਸਵਾਲ ਮੈਂ ਵੀ ਕਰਦਾ। ਸੋ ਬੇਸਿਕ ਟ੍ਰੇਨਿੰਗ ਜਰਨਲਿਜ਼ਮ ਦੀ ਬਹੁਤ ਜ਼ਰੂਰੀ ਹੈ, ਔਰ ਉਹਦੇ 'ਚ ਸਟੱਡੀ। ਤੁਸੀਂ ਹਰਫਨਮੌਲਾ ਨਹੀਂ ਬਣ ਸਕਦੇ ਜਰਨਲਿਜ਼ਮ 'ਚ, ਜਾਂ ਤਾਂ ਤੁਹਾਡਾ ਐਕਸਪੀਰੀਅੰਸ ਇੰਨਾ ਕਿ ਤੁਸੀਂ ਕਿਸੇ ਵੀ ਟੌਪਿਕ 'ਤੇ ਗੱਲ ਕਰ ਸਕੋ, ਲੇਕਿਨ ਉੱਥੇ ਲਿਮੀਟੇਸ਼ਨਸ ਹੋਣਗੀਆਂ ਤੁਹਾਡੀਆਂ, ਔਰ ਆਪਣੀ ਗਲਤੀ ਕੋਈ ਮੰਨਣ ਨੂੰ ਤਿਆਰ ਨਹੀਂ। ਮੈਨੂੰ ਕਈ ਵਾਰੀ ਲੋਕ ਇਹੋ ਜਿਹੇ ਸਵਾਲ ਪੁੱਛ ਲੈਂਦੇ ਆ, ਮੈਂ ਜਵਾਬ ਦਿੰਦਾ ਕਿ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ, ਸੌਰੀ।
ਤੇ ਬਜਾਏ ਦੇ ਕਿ ਮੈਂ ਉਲਟਾ ਸਿੱਧਾ ਬੋਲਾਂ, ਕੋਈ ਝੂਠ ਤੋਂ ਫਨ ਬੋਲਾਂ, ਕੱਲ੍ਹ ਨੂੰ ਮੇਰੇ ਤੇ ਕਿੰਤੂ ਪਰੰਤੂ ਹੋਵੇ, ਇਹ ਲੋਕਾਂ ਨੂੰ ਬੜੀ ਸ਼ਰਮ ਮਹਿਸੂਸ ਕਰਦੇ ਨੇ ਪੰਜਾਬ 'ਚ ਵੀ ਕਿ ਇਹਨੂੰ ਇਹ ਮੈਂ ਕਹਤਾ ਮੈਨੂੰ ਪਤਾ ਨਹੀਂ ਤੇ ਮੇਰੀ ਬੇਇੱਜ਼ਤੀ ਹੋ ਜਾਣੀ, ਕੁਛ ਵੀ ਉਲਝੂ ਲੋਲ ਬੋਲ ਦੇਣਗੇ। ਤੀਸਰਾ, ਐਂਕਰ ਸਾਡੇ ਜਿਹੜੇ ਆ TV ਚੈਨਲ ਦੇ, ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋਣੇ ਚਾਹੀਦੇ, ਜਾਂ ਇੱਕ ਮੈਨਰਿਜ਼ਮ ਹੈ ਨਹੀਂ, ਟਾਈਮ ਦੀ ਪਾਬੰਦੀ ਤਾਂ ਬਿਲਕੁਲ ਨਹੀਂ ਹੈ। ਮੈਂ ਤੁਹਾਡੇ ਆਉਣ ਤੋਂ ਪਹਿਲਾਂ ਆਪਣੇ ਕਲੀਗ ਨੂੰ ਕਹਿ ਰਿਹਾ ਸੀ, ਮੈਂ ਕਿਹਾ ਪਹਿਲੀ ਵਾਰੀ ਤੂੰ ਵੀ ਹੈਰਾਨ ਹੋਏਗਾ, ਇਹ ਰੋਜ਼ ਹੀ ਮੇਰੀ ਕੋਈ ਨਾ ਕੋਈ ਇੰਟਰਵਿਊ ਕਰਨ ਆਉਂਦੇ ਆ, ਉਹ ਕੋਈ 2 ਵਜੇ ਦਾ ਟਾਈਮ ਦੇ ਕੇ 4:30 ਵਜੇ 5 ਵਜੇ ਆਉਂਦੇ ਆ, 2.5-3 ਘੰਟੇ ਲੇਟ। ਮੈਂ ਕਿਹਾ ਇਹਨੂੰ ਮੈਂ ਤੂੰ ਨੋਟ ਕਰੀ, ਘੜੀ ਦਾ ਟਾਈਮ ਦੇਖ ਲਾ, ਜਿੰਨੇ ਨੇ 4 ਵਜੇ ਤੋਂ ਪਹਿਲਾਂ ਪਹੁੰਚ ਜਾਣਾ, ਕਿਉਂਕਿ ਉਹ ਕਲਚਰ ਤੁਹਾਡਾ ਇੰਗਲੈਂਡ ਦਾ ਬੈਕਗਰਾਊਂਡ ਹੈ, ਜਿੱਥੇ ਜਾਣਾ ਅੱਧਾ ਘੰਟਾ ਪਹਿਲਾਂ ਪਹੁੰਚੋ, ਲੇਟ ਨਾ ਹੋਵੋ। ਇੱਥੇ ਕੋਈ ਟਾਈਮ ਦੀ ਪਾਬੰਦੀ ਨਹੀਂ, ਫਿਰ ਕੋਈ ਤੁਹਾਨੂੰ ਇਨਫੋਰਮ ਨਹੀਂ ਕਰਦਾ। ਤੇ ਮੈਂ ਰਾਹ 'ਚ ਫਸ ਗਿਆ, ਟ੍ਰੈਫਿਕ ਫਸਿਆ, ਜਦ ਮੈਂ ਕੰਮ 'ਚ ਪੈ ਗਿਆ, ਮੈਂ ਅੱਧੇ ਘੰਟੇ ਬਾਅਦ ਲੇਟ ਆਊਂਗਾ ਜਾਂ ਘੰਟਾ ਲੇਟ ਆਊਂਗਾ, ਕੋਈ ਇਨਫੋਰਮੇਸ਼ਨ ਨਹੀਂ, ਤੁਸੀਂ ਬੈਠੇ ਰਹੋ, ਵੇਟ ਕਰਦੇ ਰਹੋ। ਇਹ ਜਿਹੜਾ ਵਰਕ ਕਲਚਰ ਜਰਨਲਿਜ਼ਮ ਦਾ, ਇਹ ਬਹੁਤ ਜ਼ਰੂਰੀ ਹੈ। ਮੈਂ BBC ਤੇ 7.5 ਸਾਲ ਕੰਮ ਕੀਤਾ, ਮੈਂ ਉੱਥੋਂ ਸਿੱਖ ਕੇ ਆਇਆ, ਤੇ ਮੈਨੂੰ ਵੀ ਕਿਸੇ ਨੇ ਨਹੀਂ ਸਿਖਾਇਆ, ਜਿੰਨੇ ਦੇਰ ਇੰਡੀਆ 'ਚ ਕੰਮ ਕਰਦਾ ਰਿਹਾ ਬੰਬੇ। ਤੇ ਇਹ ਵਰਕ ਕਲਚਰ, ਸਟੱਡੀ, ਟ੍ਰੇਨਿੰਗ ਔਰ ਗੱਲ ਨੂੰ ਬਿਆਨ ਕਰਨ ਦਾ ਤਰੀਕਾ, ਪ੍ਰੈਜੈਂਟੇਸ਼ਨ, ਇਹ ਬਹੁਤ ਜ਼ਰੂਰੀ ਹੈ। ਬੋਲਣ 'ਚ ਇਹ ਕੰਮ ਥੋੜ੍ਹਾ ਜਿਹਾ ਆਸਾਨ, ਲੇਕਿਨ ਲਿਖਣ ਵਿੱਚ ਬਹੁਤ ਮੁਸ਼ਕਲ ਹੁੰਦਾ। ਜਦੋਂ ਤੁਸੀਂ ਇੱਕ ਘਟਨਾ ਨੂੰ ਬਿਆਨ ਕਰਦੇ ਹੋ, ਇੱਕ ਮਰਡਰ 30 ਸਾਲ ਦੇ ਬੰਦੇ ਦਾ ਹੁੰਦਾ, ਇੱਕ ਮਰਡਰ 3 ਸਾਲ ਦੀ ਬੱਚੀ ਦਾ ਹੁੰਦਾ। ਹੁਣ ਜਿਹੜੀ ਸ਼ਬਦਾਵਲੀ ਤੁਸੀਂ ਉਸ 30 ਸਾਲ ਦੇ ਬੰਦੇ ਲਈ ਇਸਤੇਮਾਲ ਕਰ ਸਕਦੇ ਹੋ ਰਾਈਟਿੰਗ, ਉਹ 3 ਸਾਲ ਦੀ ਬੱਚੀ ਲਈ ਨਹੀਂ ਕਰ ਸਕਦੇ ਤੁਸੀਂ। ਸਹੀ ਆ, ਉਹਦੇ ਲਈ ਬਿਲਕੁਲ ਹੋਏਗੀ। ਉਹਦੇ 'ਚ ਉਹਦੇ ਮਾਂ ਪਿਓ ਦਾ ਜ਼ਿਕਰ ਜ਼ਿਆਦਾ ਹੋਏਗਾ ਉਸ ਘਟਨਾ ਨੂੰ ਬਿਆਨ ਕਰਨ ਵੇਲੇ, ਕਿ ਛੋਟੀ ਜਿਹੀ ਬੱਚੀ, ਉਹਦੇ ਮਾਂ ਪਿਓ ਨੂੰ ਅਗਲੇ ਸਾਲ ਨਰਸਰੀ 'ਚ ਦਾਖਲ ਕਰਾਉਣ ਦੀ ਸੋਚ ਰਹੇ ਸੀ, ਉਹਨੂੰ ਅੱਗੇ ਪੜ੍ਹਾਉਣ ਦੀ ਸੋਚ ਰਹੇ ਸੀ, ਦਾਦੀ ਨੂੰ ਡਾਕਟਰ ਬਣਾਉਣਾ ਚਾਹੁੰਦੀ ਸੀ, ਮਾਂ ਉਹਦੀ ਉਹਨੂੰ ਟੀਚਰ ਬਣਾਉਣਾ ਚਾਹੁੰਦੀ। ਉਹ ਤਾਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਣਗੀਆਂ, ਬਜਾਏ ਇਹਦੇ ਕਿ ਉਸ 3 ਸਾਲ ਦੇ ਬੱਚੇ ਨੂੰ ਕਿਸ ਬੇਰਹਿਮੀ ਨਾਲ ਮਾਰਿਆ ਜਾਂ ਕਿਉਂ ਮਾਰਿਆ, ਉਹ ਤੁਸੀਂ ਨਹੀਂ ਬਿਆਨ ਕਰ ਸਕਦੇ। ਇਹ ਤੁਹਾਨੂੰ ਸੋਚ ਕੇ ਚੱਲਣਾ ਪੈਂਦਾ। ਔਰ 30 ਸਾਲ ਦੇ ਬੰਦੇ ਦਾ ਜਦੋਂ ਮਰਡਰ ਹੁੰਦਾ, ਉਹ ਤੁਸੀਂ ਬਿਆਨ ਕਰ ਸਕਦੇ ਹੋ ਕਿ ਇਹ ਬੰਦਾ ਬੈਠਾ ਸੀ, ਇਸ ਤਰ੍ਹਾਂ 4 ਬੰਦੇ ਆਏ, ਗੋਲੀਆਂ ਚਲਾਈਆਂ, ਚਾਕੂ ਮਾਰਿਆ, ਇਹਨੇ ਰਸਿਸਟ ਕੀਤਾ, ਲੜਿਆ, ਜੋ ਵੀ ਹੈ। ਤੋ ਜਿਹੜੀ ਤੁਹਾਡਾ ਐਕਸਪਲੇਨ ਕਰਨ ਦਾ ਤਰੀਕਾ, ਜਿਹੜੀ ਲੈਂਗੁਏਜ ਤੁਸੀਂ ਯੂਜ਼ ਕਰਨੀ ਹੈ, ਫਿਰ ਲੈਂਗੁਏਜ ਸਬਜੈਕਟ ਟੂ ਸਬਜੈਕਟ ਚੇਂਜ ਹੋਣੀ ਚਾਹੀਦੀ ਹੈ। ਰਾਈਟਿੰਗ ਚਲੋ ਤੁਸੀਂ ਲਿਖਦੇ हैं जर्नलिज्म, ਮੇਰੇ ਉਸਤਾਦ ਸੀਗੇ ਭਨੋਟ ਸਾਹਿਬ, ਹਿੰਦੁਸਤਾਨ ਟਾਈਮ ਦੇ ਸਪੈਸ਼ਲ ਕੋਰਸਪੋਂਡੈਂਟ ਸੀ। ਨੀਰਜਾ ਬਹਨੋਟ ਉਹਨਾਂ ਦੀ ਬੇਟੀ ਜਿਹੜੀ 에ਅਰ ਹੋਸਟੈਸ ਸੀ ਔਰ ਟੈਰਰ ਅਟੈਕ ਮਾਰੀ ਗਈ ਸੀ, ਉੱਤੇ ਫਿਲਮ ਵੀ ਬਣੀ ਨੀਰਜਾ ਬਹਨੋਟ। ਉਹ ਮੇਰੇ ਗੁਰੂ ਸੀ ਅਸਲ 'ਚ। ਉਹ ਚੰਡੀਗੜ੍ਹ ਦੇ ਸੀ, ਮੈਂ ਵੀ ਚੰਡੀਗੜ੍ਹ ਦਾ ਸੀ, ਇਸ ਕਰਕੇ ਸਾਡੀ ਬਣਦੀ ਸੀ। ਉਹਨਾਂ ਨੇ ਮੈਨੂੰ ਸਿਖਾਇਆ ਕਿ ਲੈਂਗੁਏਜ ਜਿਹੜੀ ਸਬਜੈਕਟ ਦੇ ਹਿਸਾਬ ਨਾਲ ਰੱਖੋ। ਹੁਣ ਜੇ ਤੁਸੀਂ ਫਿਲਮਾਂ ਬਾਰੇ ਕੁਛ ਲਿਖ ਰਹੇ ਹੋ, ਤੁਸੀਂ ਫਿਲਮ ਇੰਡਸਟਰੀ ਬਾਰੇ ਆਰਟੀਕਲ ਲਿਖਣਾ, ਉਹਦੀ ਸ਼ਬਦਾਵਲੀ 'ਚ ਫਿਲਮੀ ਅੱਖਰ ਹੋਣੇ ਚਾਹੀਦੇ ਆ। ਜਿਵੇਂ ਮੈਂ ਫਿਲਮੀ ਅੱਖਰ ਯੂਜ਼ ਕੀਤਾ, ਹਾਲਾਂਕਿ ਫਿਲਮੀ ਕੋਈ ਵਰਡ ਨਹੀਂ ਹੈ। ਉਹ 'ਚ ਤੁਹਾਨੂੰ ਸਕਰੀਨ ਯੂਜ਼ ਕਰਨਾ ਪਏਗਾ, ਸਿਲਵਰ ਸਕਰੀਨ ਯੂਜ਼ ਕਰਨਾ ਪਏਗਾ, ਬਾਲੀਵੁੱਡ ਕਹੋਗੇ ਤੁਸੀਂ ਉਹਨੂੰ, ਜਾਂ ਹਾਲੀਵੁੱਡ ਕਹੋਗੇ। ਸੋ ਇਸ ਕਿਸਮ ਦੀ ਸ਼ਬਦਾਵਲੀ, ਉਹਦੇ 'ਚ ਤੁਹਾਨੂੰ ਫੈਸ਼ਨ ਦਾ ਜ਼ਿਕਰ ਕਰਨਾ ਪਊਗਾ, ਸਟਾਈਲ ਕੁਐਸਚਨ ਦਾ ਜ਼ਿਕਰ ਕਰਨਾ ਪਊਗਾ। ਤੋ ਲੇਕਿਨ ਜਦੋਂ ਤੁਸੀਂ 에ਅਰ ਕਰੈਸ਼ ਦੀ ਗੱਲ ਕਰਦੇ ਹੋ, ਉੱਥੇ ਉਹੋ ਜਿਹੇ ਅੱਖਰ ਨਿਕਲਣੇ। ਇੱਥੇ ਤੁਹਾਨੂੰ ਕਾਕਪਿਟ ਦਾ ਜ਼ਿਕਰ ਕਰਨਾ ਪਊਗਾ, ਪਾਇਲਟ ਦਾ ਜ਼ਿਕਰ ਕਰਨਾ ਪਏਗਾ, ਕੋ ਪਾਇਲਟ ਦਾ ਕਰਨਾ ਪਏਗਾ, ਇੰਜੀਨੀਅਰ ਦਾ ਕਰਨਾ ਪਏਗਾ। ਤੁਹਾਨੂੰ ਪਲੇਨ 4 ਇੰਜਨ ਸੀ ਕਿ 2 ਇੰਜਨ ਸੀ, ਉਹ ਇਹ ਸਾਰਾ ਕੁਝ ਤੁਹਾਨੂੰ, ਇਸ ਕਰਕੇ ਚੋਇਸ ਆਫ ਵਰਡਸ, ਚੋਇਸ ਆਫ ਸਟਾਈਲ ਔਰ ਐਕਸਪਲੇਨ ਕਰਨ ਦਾ ਤਰੀਕਾ, ਇਹ ਸਿਖਾਉਣਾ ਬਹੁਤ ਜ਼ਰੂਰੀ ਹੈ। ਔਰ ਇਹ ਸਿਖਾਇਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈ, ਪਰ ਸਿਖਾਊਗਾ ਕੌਣ? ਜਿਨ੍ਹਾਂ ਬੰਦਿਆਂ ਨੂੰ ਆਪ ਟੋਪੋਗ੍ਰਾਫੀ ਨਹੀਂ ਪਤਾ। ਜਦੋਂ ਤੁਹਾਡੇ ਚੀਫ ਰਿਪੋਰਟਰ ਨੂੰ, ਜਿਹੜਾ ਬੰਗਲੌਰ ਤੋਂ ਡਿਗਰੀ ਲੈ ਕੇ ਆ ਗਿਆ, ਉੱਥੇ ਅਖਬਾਰ 'ਚ ਚੀਫ ਰਿਪੋਰਟਰ ਸੀ, ਇੱਥੇ ਐਡੀਟਰ ਬਣ ਕੇ ਬੁਲਾ ਲਿਆ, ਉਹ ਤੁਸੀਂ ਕਹਿ ਦਿਓ ਮੈਂ ਤਾਂ ਰਾਮਨਗਰ 'ਚ ਅੱਗ ਲੱਗ ਗਈ, ਉਹ ਕਹੇਗਾ ਠੀਕ ਹੈ ਜਲਦੀ ਜਾਓ, ਅੱਧੇ ਘੰਟੇ ਵਾਪਸ ਆ ਕੇ ਰਿਪੋਰਟ ਫਾਈਲ ਕਰੋ। ਉਹ ਇਹਨੂੰ ਪਤਾ ਨਹੀਂ ਕਿ 1.5 ਘੰਟਾ ਤਾਂ ਰਾਮਨਗਰ ਜਾਣ 'ਚ ਲੱਗ ਜਾਣਾ, 1.5 ਘੰਟਾ ਆਉਣ 'ਚ ਲੱਗੇਗਾ, ਅੱਧੇ ਘੰਟੇ ਰਿਪੋਰਟ ਕਿੱਥੋਂ ਦੇਵਾਂਗੇ? ਸੋ ਦ ਪੀਪਲ ਹੂ ਮੈਨੇਜ ਯੂ, ਉਹਨਾਂ ਨੂੰ ਟੋਪੋਗ੍ਰਾਫੀ ਪਤਾ ਹੋਣੀ ਚਾਹੀਦੀ ਹੈ। ਸੋ ਟੂ ਮੈਨੀ ਥਿੰਗਸ ਪੁੱਟ ਟੁਗੈਦਰ, ਫਿਰ ਕਿਤੇ ਜਾ ਕੇ ਇੱਕ ਉਹ ਜਰਨਲਿਜ਼ਮ ਦਾ ਪਟਾਰਾ ਸਾਜਦਾ। ਜੇ ਆਪਾਂ ਗੱਲ ਕਰੀਏ ਤੁਹਾਡੇ ਕਰੀਅਰ ਦੀ,
ਸੰਜੇ ਦੱਤ ਦੀ ਜਦੋਂ ਨਾਮ ਆਉਂਦਾ ਆ ਬੰਬ ਬਲਾਸਟ ਦੇ ਵਿੱਚ ਬੰਬਈ ਦੇ ਵਿੱਚ, ਉਸ ਕੇਸ ਨੂੰ ਸਟੱਡੀ ਕਰਕੇ ਤੇ ਪਬਲਿਕ ਦੇ ਸਾਹਮਣੇ ਲਿਆਉਣਾ ਕਿੰਨੀ ਕੁ ਮਿਹਨਤ ਕਰਨੀ ਪਈ ਸੀ ਤੁਹਾਨੂੰ? ਨਹੀਂ ਦੇਖੋ, ਉਹ ਵੀ ਮੈਂ ਤੁਹਾਨੂੰ ਦੱਸਿਆ ਬੜੀ ਜ਼ਿੰਮੇਵਾਰੀ ਵਾਲੀ ਸਟੋਰੀ ਸੀ। ਮੈਂ ਬਹੁਤ ਰਿਸਕ ਵੀ ਲਿਆ ਉਹਦੇ 'ਚ। ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਦੋਂ ਉਹ ਸਟੋਰੀ ਮੈਨੂੰ ਮਿਲੀ ਸੀ ਉਹਦੇ ਲਈ 13 ਤਰੀਕ ਸੀ। ਸਟੋਰੀ ਮੇਰੀ ਛਪੀ ਹੈ 16 ਤਰੀਕ ਨੂੰ। 13 ਦੀ ਰਾਤ, 14 ਦੀ ਰਾਤ, 15 ਦੀ ਰਾਤ, ਇਹ 3 ਰਾਤਾਂ ਤੇ 4 ਦਿਨ ਮੇਰੇ ਕੋਲੇ ਸਟੋਰੀ ਸੀ। ਹੁਣ ਤੁਸੀਂ ਪੁੱਛੋਗੇ 4 ਦਿਨ ਮੈਂ ਸਟੋਰੀ ਛਾਪੀ ਕਿਉਂ ਨਹੀਂ? ਕਿਉਂਕਿ ਮੈਂ ਉਹਨੂੰ ਕ੍ਰੋਸ ਚੈੱਕ ਕਰਨਾ ਚਾਹੁੰਦਾ ਸੀ। ਮੈਂ ਦੱਸਿਆ ਤੁਹਾਨੂੰ, ਸੁਨੀਲ ਦੱਤ ਨਾਲ ਮੇਰੀ ਦੋਸਤੀ ਸੀ, ਵੱਡੇ ਭਰਾਵਾਂ ਵਰਗੇ ਸੀ। ਮੈਂ ਸੁਨੀਲ ਦੱਤ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਸੀ ਕਿ ਤੁਹਾਡੇ ਬੇਟੇ ਬਾਰੇ ਖਬਰ ਮੇਰੇ ਕੋਲੇ ਆਈ ਹੈ, ਇਹ 'ਚ ਕਿੰਨੀ ਕੁ ਸੱਚਾਈ ਹੈ। ਕਿਉਂਕਿ ਪੁਲਿਸ ਵਾਲਾ ਜਿਹਨੇ ਮੈਨੂੰ ਦੱਸਿਆ ਸੀ ਉਹ IPS ਅਫਸਰ ਸੀ। ਉਹ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਉਹ ਬੰਦੇ ਤੋਂ ਸ਼ਾਇਦ ਕੋਈ ਅੰਦਰਲੀ ਗੱਲ ਉਹਦੀ ਘਰ ਵਾਲੀ ਵੀ ਨਹੀਂ ਕਢਾ ਸਕਦੀ। ਮੈਨੂੰ ਪਤਾ, ਮੈਂ ਉਹਨੂੰ ਵੀ ਜਾਣਦਾ ਚੰਗੀ ਤਰ੍ਹਾਂ। ਉਹ ਟਾਈਮਸ ਆਫ ਇੰਡੀਆ 'ਚ ਕੰਮ ਕਰਦੀ ਹੈ, ਵਾਈਫ ਉਹਦੀ ਉਦੋਂ ਕਰਦੀ ਸੀ। ਤੇ ਉਹ ਤਾਂ ਉਹਦੇ ਕੋਲ ਕਢਾ ਨਹੀਂ ਸਕੀ ਗੱਲ, ਉਹ ਵੀ ਜਰਨਲਿਜ਼ਮ ਸੀਗੀ। ਤੇ ਮੈਨੂੰ ਉਹਨੇ ਕਿਉਂ ਦੱਸਿਆ ਮੈਨੂੰ ਅੱਜ ਤੱਕ ਸਮਝ ਨਹੀਂ ਆਉਂਦਾ। ਔਰ ਮੈਂ ਭੁੱਲ ਵੀ ਗਿਆ ਸੀ ਕਿ ਗੱਲ ਮੈਨੂੰ ਕਿਹਨੇ ਦੱਸੀ ਸੀ। ਇਹ ਤਾਂ ਬੜੇ ਸਾਲ ਬਾਅਦ ਜਦੋਂ ਮੈਂ TV 2014 'ਚ 93 'ਚ ਮੇਰੀ ਸੰਜੇ ਦੱਤ ਦੀ ਸਟੋਰੀ ਛਪੀ ਸੀ। 2014 'ਚ ਮੈਂ ਆਪਣੇ ਕਰੂ ਲੈ ਕੇ ਉਹਦੀ ਇੰਟਰਵਿਊ ਕਰਨ ਗਿਆ ਸੀ। ਉਦੋਂ DG ਹੋਮ ਗਾਰਡ, DG ਸਿਕਿਉਰਿਟੀ ਸੀਗਾ। ਤੇ ਉੱਥੇ ਉਹਨੇ ਮੇਰੇ ਰਿਪੋਰਟਰ ਨੂੰ ਦੱਸਿਆ, ਜਿਹੜਾ ਰਿਪੋਰਟਰ ਮੇਰੇ ਨਾਲ ਗਿਆ ਸੀ, ਕਿ ਉਹਦੇ ਸਾਹਮਣੇ ਮੈਨੂੰ ਦੱਸਿਆ ਕਿ आपको याद है वो संजय दत्त वाली स्टोरी का हिंट मैंने आपको दिया था। फिर मैनू याद आया, मैं पहला दूजा अफसर समझी जाता ਸੀ ਕਿ ਮੈਨੂੰ ਉਹਨੇ ਦੱਸਿਆ ਹੋਣਾ, ਕਿਉਂਕਿ ਇਹ ਉਦੋਂ ਮੇਰਾ ਇੰਨਾ ਚੰਗਾ ਦੋਸਤ ਨਹੀਂ ਸੀ। ਇਹਦੇ ਨਾਲ ਜਿਹੜੇ ਦੂਸਰੇ 2 ਅਫਸਰ ਸੀ, ਰਾਕੇਸ਼ ਮਾਰੀ ਔਰ YC ਪਵਾਰ, ਉਹ ਮੇਰੇ ਇਹਦੇ ਨਾਲੋਂ ਜ਼ਿਆਦਾ ਬੈਟਰ ਫਰੈਂਡ ਸੀਗੇ। ਤੇ ਮੈਨੂੰ ਲੱਗਦਾ ਸੀ ਕਿ ਮੈਨੂੰ YC ਪਵਾਰ ਨੇ ਗੱਲ ਦੱਸੀ ਹੈ। ਉਹ 2014 'ਚ ਮੈਨੂੰ ਕਲੀਅਰ ਹੋਇਆ ਕਿ ਉਹਦੇ ਨਹੀਂ ਅਰੂਪ ਪਟਨਾਇਕ ਨੇ ਦੱਸੀ, ਜਿਹੜਾ ਬਾਅਦ ਬੰਬਈ ਦਾ ਪੁਲਿਸ ਕਮਿਸ਼ਨਰ ਬਣਿਆ, AK ਪਟਨਾਇਕ। ਉਹਨੇ ਮੈਨੂੰ ਇਹ ਗੱਲ ਦੱਸੀ ਸੀ। ਉਹ ਇਹਨਾਂ ਦਾ ਸੀਨੀਅਰ ਸੀ ਦੋਨਾਂ ਦਾ। ਤੇ ਉਹ ਕੁਦਰਤੀ ਉਹਦੇ ਮੂੰਹ 'ਚੋਂ ਨਿਕਲ ਗਿਆ। ਆਪਕੋ ਮੈਂ ਪੰਜਾਬੀ ਹੈ, ਉਹ ਵੀ ਕਾਰਨ ਦੱਸਦਾ ਲਿੰਕੇਜ ਕਿਵੇਂ ਬਣਦੀ ਹੈ। ਸਰਦਾਰ ਜੋਗਿੰਦਰ ਸਿੰਘ CBI ਦੇ ਡਾਇਰੈਕਟਰ ਹੁੰਦੇ ਸੀ ਤੇ ਉਹ ਪੰਜਾਬੀ ਸੀ, ਸਰਦਾਰ ਜੀ ਸੀ। ਉਹਨਾਂ ਨੇ ਮੇਰੀ ਬਹੁਤ ਬਣਦੀ ਸੀ। ਜਦੋਂ ਉਹਨਾਂ ਨੇ ਦਿੱਲੀੋਂ ਚੱਲਣਾ, ਮੈਨੂੰ ਲੈਂਡਲਾਈਨ 'ਤੇ ਫੋਨ ਕਰ ਦੇਣਾ ਮੇਰੇ ਘਰੇ ਜਾਂ ਮੇਰੇ ਆਫਿਸ, ਬਲਜੀਤ ਮੈਂ ਕੱਲ੍ਹ ਆ ਰਿਹਾ ਅਤੇ ਆਪਾਂ 에ਅਰਪੋਰਟ 'ਤੇ VIP ਲਾਉਂਜ 'ਚ ਮਿਲਾਂਗੇ। ਉਹਨਾਂ ਨੇ 에ਅਰਪੋਰਟ 'ਤੇ ਉਤਰ ਕੇ ਮੇਰੇ ਨਾਲ ਤਾਂ ਪੌਣਾ ਘੰਟਾ ਲਾ ਕੇ, ਚਾਹ ਪੀ ਕੇ, ਬਿਸਕੁਟ ਖਾ ਕੇ, ਬੰਬਈ ਦੀ ਪੂਰੀ ਰਿਪੋਰਟ ਲੈ ਕੇ, ਜਿਹੜੀ ਉਹਨਾਂ ਦਾ ਅਫਸਰ ਨਹੀਂ ਦੇ ਸਕਦੇ ਸੀ, ਮੇਰੇ ਤੋਂ ਲੈਂਦੇ ਹੁੰਦੇ ਸੀ। ਫਿਰ ਉਹਨਾਂ ਨੇ ਆਪਣੀ ਕਾਰ 'ਚ ਜਾਣਾ ਅਤੇ CBI ਆਫਿਸ ਜਾਣਾ। ਉਦੋਂ ਉਹਨਾਂ ਦੇ ਬੰਬੇ ਜਿਹੜੇ 2 ਅਫਸਰ ਸੀ, ਉਹਨਾਂ 'ਤੇ ਇੱਕ ਪਟਨਾਇਕ ਹੁੰਦਾ ਸੀ ਅਤੇ ਇੱਕ ਨਗਰਾਲੇ ਹੁੰਦਾ, ਜਿਹੜਾ ਹੁਣ 6 ਮਹੀਨੇ ਪਹਿਲਾਂ ਤੱਕ ਬੰਬਈ ਦਾ ਪੁਲਿਸ ਕਮਿਸ਼ਨਰ ਰਿਹਾ, ਹਿੰਮਤ ਨਗਰਾਲੇ। ਪਟਨਾਇਕ DIG ਸੀ, ਨਗਰਾਲੇ SP ਸੀ। ਇਹ ਦੋਨੇ ਬਾਹਰ ਖੜ੍ਹੇ ਹੁੰਦੇ ਜਦੋਂ ਮੈਂ ਅਤੇ ਜੋਗਿੰਦਰ ਸਿੰਘ ਅੰਦਰ ਬੈਠੇ ਚਾਹ ਪੀ ਰਹੇ ਹੁੰਦੇ ਸੀ, CBI ਦੇ ਡਾਇਰੈਕਟਰ। ਅਤੇ ਉਸ ਕਰਕੇ ਇਹ ਮੇਰੀ ਜ਼ਿਆਦਾ ਰਿਸਪੈਕਟ ਕਰਦਾ ਸੀ ਅਰੂਪ ਪਟਨਾਇਕ। ਉਸੇ ਕਹਿ ਲਓ, ਮੁਹੱਬਤ ਕਹਿ ਲਓ ਜਾਂ ਰਿਸਪੈਕਟ, ਜੋਗਿੰਦਰ ਸਿੰਘ ਜੀ ਦੀ ਜ਼ਿਆਦਾ ਰਿਸਪੈਕਟ ਮੇਰੀ ਤਾਂ ਘੱਟ। ਉਹ ਮੈਨੂੰ ਦੱਸ ਬੈਠਾ ਵਿਚਾਰਾ ਕਿ ਤੁਹਾਡੇ ਇੱਕ ਪੰਜਾਬੀ MP ਕੇ ਬੇਟੇ का नाम आ रहा है। ਉਹ ਮੇਰੇ ਲਈ ਹਿੰਟ ਕਾਫੀ ਸੀ। ਕੋਈ ਪੰਜਾਬੀ MP ਸੀ ਬੰਬੇ ਤੋਂ, MLA ਤੋਂ ਹੋਰ 2-3 ਸੀਗੇ। ਅਤੇ ਲੇਕਿਨ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸੰਜੇ ਦੱਤ ਇਹੋ ਜਿਹਾ ਕੰਮ ਕਰ ਸਕਦਾ, ਕਿਉਂਕਿ ਦੱਤ ਸਾਹਿਬ ਨਾਲ ਤਾਂ ਸਾਡਾ ਬਹੁਤ ਉੱਠਣਾ ਬੈਠਣਾ ਸੀ, ਪਰ ਸੰਜੇ ਨੂੰ ਮੈਂ ਕਦੇ ਮਿਲਿਆ ਨਹੀਂ ਸੀ। ਦੂਜੀ ਮੇਰੀ ਇੱਕ ਆਦਤ ਹੁੰਦੀ ਸੀ, ਮੈਂ ਲੋਕਾਂ ਦੇ ਘਰ ਜਾਣਾ ਜ਼ਿਆਦਾ ਪਸੰਦ ਨਹੀਂ ਸੀ ਕਰਦਾ। ਆਫਿਸ 'ਚ ਮਿਲ ਲੈਣਾ, ਬਾਹਰ ਮਿਲ ਲੈਣਾ। ਜਦੋਂ ਤੁਸੀਂ ਦੇ ਘਰ ਜਾਂਦੇ ਹੋ, ਤੁਸੀਂ ਬੇਟਾਈਮ, ਉਦੋਂ ਬੜਾ ਐਕਚੁਅਲੀ ਤੁਸੀਂ ਤੰਗ ਕਰ ਰਹੇ ਹੁੰਦੇ ਕਿਸੇ ਨੂੰ। ਉਹਨਾਂ ਦੀ ਰੋਟੀ ਖਾਣੀ ਬਣਾਉਣ ਦਾ, ਖਾਣ ਦਾ ਟਾਈਮ ਹੁੰਦਾ, ਅਤੇ ਤੁਸੀਂ ਅਫਸਰ ਦੇ ਘਰ ਜਾਓ, ਉਹ 'ਤੇ ਦਾਰੂ ਪੀਣ ਲੱਗ ਜਾਓ ਜਾਂ ਗੱਪਾਂ ਮਾਰੋ, ਉਹ ਬੜਾ ਡਿਸਟਰਬ ਹੁੰਦਾ ਫੈਮਿਲੀ। ਮੈਂ ਘਰ ਜਾਂਦਾ ਨਹੀਂ। ਅਤੇ ਇਸ ਕਰਕੇ ਮੇਰੀ ਸੰਜੇ ਦੱਤ ਨਾਲ ਜਾਂ ਉਹਨਾਂ ਦੀ ਬੇਟੀ ਨਾਲ ਫੋਨ 'ਤੇ ਗੱਲ ਹੁੰਦੀ ਸੀ, ਲੇਕਿਨ ਇਹਨਾਂ ਦੀ ਨੇਚਰ ਕੀ ਹੈ ਜਾਂ ਕਿਸ ਕਿਸਮ ਦੇ ਬੰਦੇ ਉਹ ਮੈਨੂੰ ਪਤਾ ਨਹੀਂ ਸੀ। ਦੱਤ ਸਾਹਿਬ ਨਾਲ ਗੱਲ ਹੋਰ ਸੀ। ਅਤੇ ਮੈਂ ਇਸ ਕਰਕੇ ਦੱਤ ਸਾਹਿਬ ਨੂੰ ਕਨਫਰਮ ਕਰਨਾ ਚਾਹੁੰਦਾ ਸੀ ਕਿ ਤੁਹਾਡੇ ਬੇਟੇ ਬਾਰੇ ਖਬਰ ਮੇਰੇ ਕੋਲ ਆਈ ਹੈ, ਇਹ ਕਿੰਨੀ ਕੁ ਸੱਚ ਹੈ। ਔਰ ਤੁਸੀਂ ਦੇਖੋ, ਪੂਰੀ 13 ਤਰੀਕ ਦੀ ਦੁਪਹਿਰ, 13 ਤਰੀਕ ਦੀ ਅੱਧੀ ਰਾਤ ਮੈਂ ਦੱਤ ਸਾਹਿਬ ਨੂੰ ਲੱਭ ਰਿਹਾ। ਉਹ ਇਹਨਾਂ ਦਾ ਮਾਮਾ, ਇੱਕ ਸੰਜੇ ਦੱਤ ਦਾ ਮਾਮਾ ਹੁੰਦਾ ਸੀ ਸਰਵਰ,
ਉਹ ਦੂਜੇ ਸਟਾਫ ਦੇ ਬੰਦੇ ਕਿਸੇ ਨੇ ਮੈਨੂੰ ਬਰਾਬਰ ਜਵਾਬ ਨਹੀਂ ਦਿੱਤਾ। ਹਾਲਾਂਕਿ ਮੈਨੂੰ ਨਾਰਾਜ਼ਗੀ ਵੀ ਹੋਈ ਕਿ ਤੁਸੀਂ ਗੱਲ ਨਹੀਂ ਕਰਨੀ, ਕਹਿ ਦਿਓ ਕਿ ਦੱਸ ਸਾਹਿਬ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਕਿਉਂ ਗੱਲ ਕਰਨੀ ਚਾਹੁੰਦਾ, ਅਤੇ ਕੋਈ ਗੱਲ ਫੈਲਾਉਣ ਵਾਲੀ ਤਾਂ ਹੈ ਨਹੀਂ ਸੀ। ਕੋਈ ਆਫਿਸ ਤੋਂ ਉਹਨਾਂ ਦੇ ਘਰ ਤੋਂ ਕੋਈ ਰਿਸਪੌਂਸ ਨਹੀਂ ਆਈ। ਮੈਂ ਬਲਦੇਵ ਖੋਸਾ ਨੂੰ ਫੋਨ ਲਾਇਆ ਦੂਸਰੇ ਦਿਨ ਸਵੇਰੇ ਉੱਠ ਕੇ, ਜਿਹੜਾ ਦੱਤ ਸਾਹਿਬ ਦੇ ਬਹੁਤ ਕਰੀਬ ਸੀ, ਕਾਂਗਰਸ ਦਾ MLA ਸੀ। ਉਹਨੂੰ ਮੈਂ ਕਿਹਾ ਦੱਤ ਸਾਹਿਬ ਨਾਲ ਗੱਲ ਕਰਨੀ ਆ। ਉਹ ਕਹਿੰਦੇ ਕੀ ਗੱਲ ਹੋਈ? ਮੈਂ ਕਿਹਾ ਗੱਲ ਦੱਤ ਸਾਹਿਬ ਨਾਲ ਹੀ ਕਰਨੀ ਹੈ। ਮੇਰਾ ਮੈਸੇਜ ਪਹੁੰਚਾ ਦੇ ਕਿ ਬਲਜੀਤ ਬੜੇ ਇੰਪੋਰਟੈਂਟ ਇਸ਼ੂ 'ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਉਹਦਾ 2 ਘੰਟੇ ਫੋਨ ਆਇਆ, ਕਹਿੰਦਾ ਦੱਤ ਸਾਹਿਬ ਦਾ ਫੋਨ ਨਹੀਂ ਲੱਗ ਰਿਹਾ। ਉਹ ਘਰ ਵਾਲੇ ਬਰਾਬਰ ਦੱਸ ਨਹੀਂ ਰਹੇ ਮੈਨੂੰ ਵੀ। ਖੈਰ ਮੈਂ ਤੀਜਾ ਅਮਰਜੀਤ ਮਨਹਾਸ ਸੀ, ਕਾਂਗਰਸ ਦਾ ਪ੍ਰੈਜ਼ੀਡੈਂਟ ਸੀ ਬੰਬੇ ਦਾ, ਲੋਕਲ ਯੂਨਿਟ ਦਾ, ਉਹਨੂੰ ਕੀਤਾ ਫੋਨ। ਅਲਟੀਮੇਟਲੀ ਇੱਕ ਸਾਡੇ ਹੈਲਥ ਮਿਨਿਸਟਰ ਸੀਗੇ ਕਾਂਗਰਸ ਦੇ ਟਾਈਮ 'ਤੇ, ਸੁਰੇਸ਼ ਸ਼ੈੱਟੀ, ਉਹਨਾਂ ਦੀ ਦਾਤਾਂ ਬਹੁਤ ਬਣਦੀ ਸੀ। ਉਹ ਸੀਨੀਅਰ ਵੀ ਸੀ ਸਾਰਿਆਂ ਤੋਂ, ਕੈਬਨਿਟ ਮਿਨਿਸਟਰ ਰਿਹਾ ਤਾਂ ਸੀਨੀਅਰ ਹੋਏਗਾ। ਮੈਂ ਸੁਰੇਸ਼ ਨੂੰ ਫੋਨ ਲਾਇਆ। ਇਹ ਸਾਰਾ ਕੁਝ ਔਨ ਰਿਕਾਰਡ ਹੈ ਅਤੇ ਸਾਰਿਆਂ ਨਾਲ ਮੇਰੀ ਅੱਜ ਵੀ ਦੋਸਤੀ ਹੈ। ਸੁਰੇਸ਼ ਨੇ ਮੈਨੂੰ 2 ਘੰਟੇ ਵਿੱਚ ਦੱਸਿਆ ਕਿ ਦੱਤ ਸਾਹਿਬ ਜਰਮਨੀ ਨੇ, ਇੱਥੇ ਹੈ ਨਹੀਂ ਗਏ, ਸ਼ਾਇਦ ਇਸ ਕਰਕੇ ਤੁਹਾਡੀ ਗੱਲ ਨਹੀਂ ਹੋ ਰਹੀ। ਮੇਰੀ ਉਹਨਾਂ ਦੀ ਬੇਟੀ ਨਾਲ ਗੱਲ ਹੋਈ, ਉਹਨੇ ਦੱਸਿਆ ਕੋਈ ਜਰਮਨੀ, ਅਤੇ ਪਰ ਕਿੱਥੇ ਨੇ ਜਰਮਨੀ? ਕਹਿੰਦਾ ਮੈਨੂੰ ਪਤਾ ਨਹੀਂ, ਨਾ ਬੇਟੀ ਨੂੰ ਪਤਾ ਵੀ ਕਿੱਥੇ ਰਹਿ ਰਹੇ ਹੈ। ਅਤੇ ਉਹਦੇ ਮੋਬਾਈਲ ਫੋਨ ਨਾ ਹੋਣ ਦੀ ਵੀ ਇੱਕ ਕਾਰਨ ਸੀ ਕਿ ਬੰਦਾ ਕਿੱਥੇ ਬੈਠਾ ਤੁਹਾਨੂੰ ਪਤਾ ਹੀ ਨਹੀਂ। ਅਤੇ ਮੈਨੂੰ ਯਾਦ ਆ ਗਿਆ ਕਿ ਜਰਮਨੀ ਦੱਤ ਸਾਹਿਬ ਦਾ ਇੱਕ ਦੋਸਤ ਹੈ, ਜੈ ਉਲਾਲ, ਜਿਹੜਾ ਸਟਰਨ ਮੈਗਜ਼ੀਨ ਦਾ ਸੀਨੀਅਰ ਫੋਟੋਗ੍ਰਾਫਰ ਸੀ। ਸਟਰਨ ਮੈਗਜ਼ੀਨ ਉਸ ਜ਼ਮਾਨੇ 'ਚ ਜਰਮਨੀ ਦਾ ਬਹੁਤ ਲੀਡਿੰਗ, ਕਿ ਪੂਰੇ ਵਰਲਡ ਦਾ ਲੀਡਿੰਗ ਮੈਗਜ਼ੀਨ ਹੁੰਦਾ ਸੀ। ਅਤੇ ਉਹਦਾ ਨੰਬਰ ਮੇਰੇ ਕੋਲ ਸੀਗਾ। ਉਹਦਾ ਮੈਂ ਸਟਰਨ ਮੈਗਜ਼ੀਨ ਨਾਲ 18 ਸਾਲ ਕੰਮ ਕੀਤਾ ਅਨਆਫੀਸ਼ੀਅਲੀ। ਮੈਨੂੰ ਅੱਛੇ ਖਾਸੇ ਪੈਸੇ ਦਿੰਦੇ ਸੀ। ਨੌਕਰੀ ਮੈਂ ਲੋਕਲ ਅਖਬਾਰ 'ਚ ਕਰਦਾ ਸੀ, ਪਰ ਉਹਨਾਂ ਦਾ ਵੀ ਕ੍ਰਾਈਮ ਦੀ ਸਟੋਰੀਜ਼ ਫਾਈਲ ਕਰਦਾ ਸੀ। ਮੈਂ ਜੈ ਲਾਲ ਨੂੰ ਫੋਨ ਲਾਇਆ, ਮੈਂ ਕਿ ਦੱਤ ਸਾਹਿਬ ਨਾਲ ਗੱਲ ਕਰਨੀ ਆ। ਕਹਿੰਦਾ 1 ਮਿੰਟ, ਮੈਂ ਗੱਲ ਬਣ ਗਈ। ਇਹਨਾਂ ਦੱਤ ਸਾਹਿਬ ਉੱਥੇ ਬੈਠੇ ਆ। 2 ਮਿੰਟ ਬਾਅਦ, ਅੱਧੇ ਮਿੰਟ ਬਾਅਦ ਮੈਨੂੰ ਕਹਿੰਦਾ ਦੱਤ ਸਾਹਿਬ तो यहाँ नहीं है, सॉरी, वो तो लंदन निकल गए कल थे, अब लंदन चले गए। मैं दिल सोचा, मैं कि जब पहला कहता 1 मिनट, ਇਹਦਾ ਮਤਲਬ ਦੱਤ ਸਾਹਿਬ ਉੱਥੇ ਹੀ ਹੈ, ਪਰ ਮੇਰੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ। ਮਤਲਬ ਅਲਟੀਮੇਟਲੀ 3 ਦਿਨ ਤੱਕ ਮੈਂ ਉਹ ਖਬਰ ਇਸ ਕਰਕੇ ਰੋਕ ਕੇ ਰੱਖੀ ਕਿ ਮੈਂ ਉਹਦੀ ਫੈਮਿਲੀ 'ਚੋਂ, ਜਿਹੜਾ ਹੈੱਡ ਫੈਮਿਲੀ ਦਾ ਹੈ, ਔਰ ਮੈਂ ਉਹਨੂੰ ਜਾਣਦਾ, ਉਹਦਾ ਰਿਐਕਸ਼ਨ ਲੈਣਾ ਚਾਹੁੰਦਾ ਸੀ। ਅੱਜ ਕੱਲ੍ਹ ਕੋਈ ਇੰਨੀ ਵੇਟ ਨਹੀਂ ਕਰਦਾ। ਔਰ ਅਲਟੀਮੇਟਲੀ ਜਦੋਂ ਕੋਈ ਜਵਾਬ ਨਹੀਂ ਆਇਆ, ਮੈਂ ਆਪਣੇ ਸੋਰਸਿਸ ਤੋਂ ਫਿਰ ਮੈਂ ਕਿ ਵੱਡੇ ਅਫਸਰਾਂ ਨੂੰ ਪੁੱਛਣ ਦਾ ਫਾਇਦਾ ਨਹੀਂ, ਕਿਸੇ ਨੇ ਦੱਸਣਾ ਨਹੀਂ। ਲੋਅਰ ਲੈਵਲ 'ਤੇ ਮੇਰੇ ਅੱਛੇ ਦੋਸਤ ਸੀਗੇ, ਇੰਸਪੈਕਟਰ ਲੈਵਲ ਦੇ, ACP ਲੈਵਲ ਦੇ, ਉਹਨਾਂ ਤੋਂ ਮੈਂ 1-2 ਗੱਲਾਂ ਹੋਰ ਪੁੱਛਾ ਕੇ ਖਾਲੀ ਇੰਨਾ ਪੁੱਛਿਆ ਕਿ ਇਹਦਾ ਨਾਂ ਲਿਆ ਕਿਹਨੇ ਹੈ। ਕਿਸੇ ਨਾ ਕਿਸੇ ਨੇ ਦੱਸਿਆ ਹੋਏਗਾ ਨਾ ਕਿ ਸੰਜੇ ਦੱਤ ਇਨਵੋਲਵਡ ਹੈ। ਉਹ ਇੱਕ ਮੇਰੇ ਛੋਟੇ ਜੂਨੀਅਰ ਲੈਵਲ ਦੇ ਸੋਰਸ ਨੇ ਦੱਸਤਾ ਕਿ 2 ਲੋਕਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕੀਤੀ ਹੈ, ਉਹਦੇ 'ਚ ਇਹਦਾ ਨਾਂ ਆਇਆ। ਬਸ ਮੇਰੀ ਕਹਾਣੀ ਵੀ ਬਣ ਗਈ। ਫਿਰ ਮੈਂ 15 ਤਰੀਕ ਰਾਤ ਨੂੰ, ਜਦੋਂ ਸਾਰੇ ਚਲੇ ਗਏ ਸਟਾਫ, ਨਾਈਟ ਸ਼ਿਫਟ ਖਤਮ ਹੋ ਗਈ ਰਿਪੋਰਟਰ ਦੀ, ਮੈਂ ਆਪਣੇ ਨਿਊਜ਼ ਐਡੀਟਰ ਨਾਲ ਗੱਲ ਕਰਕੇ ਟਾਈਮ ਫਿਕਸ ਕਰਕੇ ਰੱਖਿਆ। ਮੈਂ ਰਾਤੀ 2:30 ਵਜੇ ਰਿਪੋਰਟ ਟਾਈਪ ਕੀਤੀ, ਸਾਰੇ ਦੇ ਜਾਣ ਤੋਂ, ਤਾਂ ਕਿ ਲੀਕ ਆਊਟ ਨਾ ਹੋਵੇ। ਖਾਲੀ ਮੈਂ ਇਕੱਲਾ ਰਿਪੋਰਟਰ ਦਫ਼ਤਰ ਬੈਠਾ ਸੀ। ਇੱਕ ਆਰਟਿਸਟ ਰੋਕ ਕੇ ਰੱਖਿਆ ਸੀ, ਪੇਜ ਬਣਦਾ। ਉਦੋਂ ਬ੍ਰੋਮਾਈਡ ਹੁੰਦੇ ਸੀ, ਉਹ ਕਾਗਜ਼ 'ਤੇ ਪੇਸਟ ਕਰਕੇ ਪ੍ਰਿੰਟਰ ਲਈ ਜਾਂਦੇ ਹੁੰਦੇ ਸੀ। ਠੀਕ। ਅਤੇ ਉਹ ਬ੍ਰੋਮਾਈਡ ਮੇਕਰ ਇੱਕ ਰੱਖਿਆ ਸੀ, ਇੱਕ ਆਰਟਿਸਟ ਰੱਖਿਆ ਸੀ। ਅਤੇ ਉਹ ਫਿਰ ਅਸੀਂ 2:30 ਵਜੇ ਮੈਂ ਰਿਪੋਰਟ ਟਾਈਪ ਕਰਨੀ ਸ਼ੁਰੂ ਕੀਤੀ। 2:15 ਵਜੇ ਤੱਕ ਮੁੱਕੀ। 3:15 ਵਜੇ ਪੇਜ ਵੱਲ ਬਣਿਆ। 4:30 ਵਜੇ ਪ੍ਰਿੰਟਿੰਗ ਲਈ ਅਖਬਾਰ ਗਿਆ। 4:30 ਵਜੇ ਪ੍ਰਿੰਟ ਹੋਇਆ। ਫਿਰ ਮੈਂ ਘਰ ਆਇਆ। ਅਗਲੇ ਦਿਨ ਹੁਣ ਤੁਸੀਂ ਦੇਖੋ ਵੀ 4 ਦਿਨ ਤਕਰੀਬਨ ਇਹ ਗੱਲ ਸਿਰਫ ਮੇਰੇ ਕੋਲੇ ਸੀ, ਬਾਹਰ ਕਿਤੇ ਨਹੀਂ ਨਿਕਲੀ। ਔਰ ਜਿਹੜੇ ਮੈਂ ਬੰਦੇ ਨੂੰ ਦੱਸੀ ਸੀ, ਇੱਕੋ ਬੰਦੇ ਨੂੰ ਗੱਲ ਦੱਸੀ ਸੀ, ਸੁਰੇਸ਼ ਸ਼ੈੱਟੀ ਨੂੰ, ਉਹਨੇ ਕਿਸੇ ਨੂੰ ਦੱਸੀ ਨਹੀਂ। ਹਾਲਾਂਕਿ ਸਾਰੇ ਪੱਤਰਕਾਰਾਂ ਨੂੰ ਜਾਣਦਾ ਸੀ ਵੱਡਿਆ। ਉਹਨੇ ਵੀ ਮੇਰਾ ਯਕੀਨ ਨਹੀਂ ਤੋੜਿਆ, ਕਿਸੇ ਨੂੰ ਅੱਗੇ ਲੀਕ ਆਊਟ ਨਹੀਂ ਕੀਤੀ। ਫਿਰ ਨੈਕਸਟ ਡੇ ਰਾਜਦੀਪ ਸਰਦੇਸਾਈ, ਇਹ ਟਾਈਮਜ਼ ਆਫ ਇੰਡੀਆ 'ਚ ਹੁੰਦਾ ਸੀ ਉਦੋਂ, ਇਹਨੇ ਕਿਤਾਬ ਲਿਖੀ ਪਿੱਛੇ ਜੇ ਆਪਣੀ ਲਾਸਟ, ਜਦੋਂ ਉਹ ਜਿਸ ਦਿਨ ਉਹ ਅਖਬਾਰ ਸਵੇਰ ਨੂੰ ਨਿਕਲਦੀ ਆ, ਵਿੱਚ ਨਿਊਜ਼ ਛਾਪੀ ਤੁਸੀਂ ਪਬਲਿਕ ਦਾ ਆਪਣੀ ਕਿਤਾਬ 'ਚ ਲਿਖਿਆ ਕਿ ਮੈਨੂੰ ਇੱਕ ਸੀਨੀਅਰ ਅਫਸਰ ਨੇ ਕਿਹਾ ਸੀ ਕਿ ਕੱਲ੍ਹ ਤੁਹਾਨੂੰ ਬਹੁਤ ਵੱਡੀ ਖਬਰ ਦਊਂਗਾ, ਔਰ ਅਗਲੇ ਦਿਨ ਪਤਾ ਲੱਗਿਆ ਬਲਜੀਤ ਪਰਮਾਰ ਨੇ ਤਾਂ ਆਲਰੇਡੀ ਛਾਪ ਦਿੱਤੀ। ਉਹੀ ਖਬਰ ਕਹਿੰਦਾ ਮੈਨੂੰ ਦੇਣੀ ਸੀ। ਤੇ ਸੇਮ ਗੱਲ ਰਾਕੇਸ਼ ਮਾਰੀਆ ਨੇ ਜਦੋਂ ਆਪਣੀ ਕਿਤਾਬ ਲਿਖੀ ਲੈਟ ਮੀ ਸੇ ਇਟ ਨਾਓ, ਉਹਦੇ 'ਚ ਵੀ ਉਹਨੇ ਪੂਰਾ ਫੁੱਲ ਪੇਜ ਲਿਖਿਆ ਮੇਰੇ 'ਤੇ ਕਿ ਅਸੀਂ ਇਹ ਖਬਰ ਲੈ ਕੇ
कि संजय दत्त हैज़ अ गन। मैं और मेरे जॉइंट कमिश्नर MN सिंह ਅਸੀਂ ਸਾਮਰਾ ਸਾਹਿਬ ਕੋਲ ਜਾਣ ਦੀ ਸਵੇਰੇ 7 ਵਜੇ ਦਾ ਟਾਈਮ ਲਿਆ ਸੀ ਅਰਲੀ ਮਾਰਨਿੰਗ ਪੁਲਿਸ ਕਮਿਸ਼ਨਰ ਦਾ। ਤੇ ਸਵੇਰੇ 7 ਅਸੀਂ ਕਹਿੰਦਾ 4-5 ਵਜੇ ਉੱਠ ਕੇ ਰੈਡੀ ਹੋਏ। ਅਖਬਾਰ ਆਇਆ ਤੇ ਬਲਜੀਤ ਪਰਮਾਰ ਦੀ ਖਬਰ ਛਪੀ। ਅਸੀਂ ਹੈਰਾਨ ਕਿ ਜਿਹੜੀ ਖਬਰ ਲੈ ਕੇ ਅਸੀਂ ਪੁਲਿਸ ਕਮਿਸ਼ਨਰ ਕੋਲੇ ਜਾ ਰਹੇ ਹਾਂ ਉਹ ਖਬਰ ਅਖਬਾਰ 'ਚ ਵੀ ਛਪ ਗਈ। ਇਹ ਬਲਜੀਤ ਪਰਮਾਰ ਨੂੰ ਕਿੱਥੋਂ ਪਤਾ ਲੱਗਿਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਉਹਦੀਆਂ ਬੜੀਆਂ ਇਨਕੁਆਇਰੀਆਂ ਹੋਈਆਂ ਉਹਦੀਆਂ। ਮੈਨੂੰ ਬਾਅਦ 'ਚ ਆਪਣੀ ਏਜੰਸੀ ਦੇ ਲੋਕਾਂ ਦੇ ਫੋਨ ਆਏ ਕਿ ਤੁਹਾਨੂੰ ਗੱਲ ਕਿਹਨੇ ਦੱਸੀ ਸੀ, ਕਿੱਥੋਂ ਪਤਾ ਲੱਗੀ। MN ਸਿੰਘ ਬਹੁਤ ਨਾਰਾਜ਼ ਸੀ, ਉਹ ਜੁਆਇੰਟ CP ਕ੍ਰਾਈਮ ਸੀਗੇ। ਉਹ ਮੈਨੂੰ ਬਹੁਤ ਉਹਨਾਂ ਨੇ ਪੁੱਛਿਆ ਪਿਆਰ ਨਾਲ ਵੀ, ਡਰਾ ਧਮਕਾ ਕੇ ਵੀ ਕਿ ਇਹ ਖਬਰ ਦੱਸੀ ਕਿਹਨੇ ਸੀ, ਉਹ ਦੱਸੋ, ਅਸੀਂ ਐਕਸ਼ਨ ਲੈਣਾ ਚਾਹੁੰਦੇ ਉਸ ਬੰਦੇ 'ਤੇ। ਲੀਕ ਆਊਟ ਕਿਵੇਂ? ਮੈਂ ਕਿਹਾ ਨਹੀਂ, ਉਹ ਮੈਂ ਨਹੀਂ, ਤੁਸੀਂ ਜੋ ਮੇਰੇ 'ਤੇ ਐਕਸ਼ਨ ਨਾ ਲਓ ਪਰ ਮੈਂ ਦੱਸਾਂਗਾ ਨਹੀਂ ਕਿ ਖਬਰ ਕਿਹਨੇ ਦਿੱਤੀ। ਸੋ ਇਹਨਾਂ ਵੀ ਫਿਰ ਮੈਂ ਉਸ ਤੋਂ ਬਾਅਦ ਮੈਂ ਸੰਜੇ ਦੱਤ ਨੂੰ ਟਾਈਮ ਦਿੱਤਾ। ਜਦੋਂ ਸੁਰੇਸ਼ ਸ਼ੈੱਟੀ ਨੇ ਕਹਿਤਾ ਕਿ ਬਹਿ ਕੇ ਦੱਤ ਸਾਹਿਬ ਨੇ ਗੱਲ ਕਰਨ ਨੂੰ ਮਨਾ ਕਰਤਾ, ਫਿਰ ਮੈਂ ਇਹਦਾ ਨੰਬਰ ਲਿਆ ਸੁਰੇਸ਼ ਸ਼ੈੱਟੀ ਤੋਂ ਸੰਜੇ ਦੱਤ ਦਾ। ਇਹਨੂੰ ਮੈਂ ਫੋਨ ਕੀਤਾ ਮਲੇਸ਼ੀਅਸ। ਮੈਂ ਕਿ ਮੈਨੂੰ ਪਤਾ ਲੱਗਿਆ ਵੀ ਤੇਰੇ ਕੋਲੇ ਕੋਈ ਇਸ ਤਰ੍ਹਾਂ ਦਾ ਹਥਿਆਰ ਹੈ, ਤੇਰਾ ਨਾਂ ਆ ਰਿਹਾ। ਤੇ ਇਹ ਵੀ ਮੁੱਕਰ ਗਿਆ। ਫਿਰ 2 ਘੰਟੇ ਮੈਨੂੰ ਵਾਪਸ ਫੋਨ ਕੀਤਾ, ਕਹਿੰਦਾ ਅਗਰ ਹੈ ਤਾਂ ਕਿਆ ਕਰੂੰ। ਫਿਰ ਮੈਨੂੰ ਵਾਰਨਿੰਗ ਦਿੱਤੀ। ਮੈਂ ਕਿ ਤੇਰੇ ਕੋਲ ਹੈਗਾ ਤਾਂ ਜਮ੍ਹਾਂ ਕਰਾ ਦੇ। ਮੈਨੂੰ ਇਹ ਪਤਾ ਸੀ ਕਿ ਸੰਜੇ ਦੱਤ ਨੂੰ ਦੱਸਣਾ ਮੇਰੇ ਲਈ ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਕਿਉਂਕਿ ਉਹ ਕਿਸੇ ਨਾਲ ਗੱਲ ਨਹੀਂ ਕਰੇਗਾ ਕਿ ਮੇਰੇ ਕੋਲ ਗੱਲ ਹੈਗੀ ਹੈ। ਤੇ ਇਸ ਕਰਕੇ ਉਹਨੂੰ ਮੈਂ ਦੱਸਣਾ ਠੀਕ ਸਮਝਿਆ। ਮੈਂ ਕਿਹਾ ਤੂੰ ਉਹ ਗੱਲ ਜਮ੍ਹਾਂ ਕਰਾ ਦੇ ਆਪਣੇ ਕਿਸੇ ਬੰਦੇ ਨੂੰ ਭੇਜ ਕੇ ਤੇ ਪੁਲਿਸ ਸਟੇਸ਼ਨ 'ਚ। ਜੇ ਤੂੰ ਆਪ ਜਮ੍ਹਾਂ ਕਰਾਏਗਾ ਵੈਪਨ ਦਾ ਤੇਰੇ ਤੇ ਆਰਮਜ਼ ਐਕਟ 'ਤੇ ਕੇਸ ਬਣੂਗਾ। ਤੇ ਜੇ ਤੂੰ ਤੇਰੇ ਬਿਹਾਫ 'ਤੇ ਉਹਨਾਂ ਨੇ ਰਿਕਵਰ ਕੀਤੀ ਤੇਰੇ ਕੋਲੋਂ ਤੇ ਟਾੜਾ ਦਾ ਕੇਸ ਲੱਗ ਜਾਣਾ, ਫਿਰ ਤੇਰੀ ਜ਼ਮਾਨਤ नहीं होनी। कहना मैं डैडी से बात करके बताता हूँ, लेकिन आपकी खबर गलत है। फिर 2-3 घंटे बाद फ़ोन आया, कहते मुझे सामरा सा पुलिस कमिश्नर का नंबर दो। उधर रात हो गई थी, मैं घर का नंबर नहीं दे सकता, ऑफिस का नंबर मैं तू लै ला। तो कहना मैं चलो मैं ढूंढ लेता हूँ। फिर मैं सामरा साहब को फ़ोन किया कि सर वो संजय का नंबर मांग रहे थे, मैं दिता नहीं, तो शायद फ़ोन करूँगा। कहते कोई नहीं। मैं सामरा साहब ने मेरी कॉन्फिडेंस गल हो जाती सी। तो मैं उन्होंने कहा भी, मैं क्या मेरे को खबर हैगी है तो मैं छापदा। सामरा तो कहते यू टेक योर ओन डिसीजन। उन्होंने मेरे ते गल पाती। सो ये सी किस्सा सारा संजय दा। ਮਿਹਨਤਾਂ ਜਿਹੜੀਆਂ ਪਿਛਲੇ ਜ਼ਮਾਨੇ 'ਚ ਹੁੰਦੀਆਂ ਸੀ ਪੱਤਰਕਾਰੀ ਦੀਆਂ, ਚਾਹੇ ਉਹ ਕ੍ਰਾਈਮ ਰਿਪੋਰਟ ਸੀ ਚਾਹੇ ਦੂਜੀਆਂ ਖਬਰਾਂ ਸੀਗੀਆਂ। ਅੱਜ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੁੰਦੀ, ਇੱਕ ਦੂਜੇ ਦੀਆਂ ਚੱਕ ਕੇ ਅਸੀਂ ਖਬਰਾਂ ਲਾਈ ਦੀਆਂ। ਕੀ ਤੁਸੀਂ ਅੱਜ ਦੀ ਪੱਤਰਕਾਰ ਜੋ ਨੌਜਵਾਨ ਹੈਗੇ ਆ, ਜਾਂ ਅਸੀਂ ਵੀ ਆਪਣਾ ਇਸ ਨਵੇਂ ਚੈਨਲ 'ਤੇ ਨਵਾਂ ਸ਼ੋਅ ਲੈ ਕੇ ਆਉਣ ਲੱਗੇ ਆ, ਇੱਕ ਐਡਵਾਈਸ ਦਓਗੇ ਕਿ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਪੱਤਰਕਾਰੀ ਕਰਦੇ ਆ, ਐਜ ਏ ਪੱਤਰਕਾਰ, ਐਜ ਏ ਜਰਨਲਿਸਟ, ਆਪਣੇ ਲਫ਼ਜ਼ਾਂ ਦੇ ਵਿੱਚ ਆਪਣੇ ਦਿਲ ਤੋਂ ਥੋੜੀ ਕੁ ਦੇਵੋ ਐਡਵਾਈਸ ਸਾਨੂੰ। नहीं देखो, पत्रकारी ना मेरे हिसाब नाल बहुत ईमानदार प्रोफैशन है। ये जो अगर ये करप्शन आ गई उदों ये फिर पत्रकारी नहीं रह जाता। ਅਸੀਂ ਇੱਕ ਬਹੁਤ ਬੈਡ ਐਗਜ਼ਾਮਪਲ ਸਰ, ਮੈਨੂੰ ਬੜਾ ਦੁੱਖ ਹੋਇਆ। ਮੈਂ ਥੋੜ੍ਹੇ ਦਿਨ ਪਹਿਲਾਂ ਖਬਰ ਦੇ ਸੁਣ ਰਿਹਾ ਸੀ ਕਿਸੇ ਚੈਨਲ 'ਤੇ ਕਿ ਚੰਡੀਗੜ੍ਹ ਦੇ ਨੇੜੇ ਕੋਈ ਪਹਾੜੀ ਇਲਾਕੇ ਜਿੱਥੇ ਵੱਡੇ ਅਫਸਰਾਂ ਨੇ ਔਰ ਪੋਲੀਟੀਸ਼ੀਅਨ ਨੇ ਸਰਕਾਰੀ ਜ਼ਮੀਨ ਕਾਬੂ ਕੀਤੀ ਹੋਈ ਹੈ 5-5 ਏਕੜ ਤੇ ਬੜੇ ਸਸਤੇ ਭਾਅ 'ਤੇ ਸਰਕਾਰ ਨੇ ਦਿੱਤੀ। ਉਹਦੇ 'ਚ 25 ਪੱਤਰਕਾਰਾਂ ਦੇ ਨਾਂ ਵੀ ਨੇ। 25 ਪੱਤਰਕਾਰਾਂ ਨੇ ਵੀ ਉੱਥੇ ਉਹ ਜ਼ਮੀਨ ਲਈ, ਜਿਹੜੀ ਸ਼ਾਇਦ ਹੁਣ ਖਾਲੀ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਮੈਨੂੰ ਬੜੀ ਹੈਰਾਨੀ ਹੋਈ ਕਿ ਅਗਰ ਤੁਸੀਂ ਸਰਕਾਰੀ ਅਫਸਰਾਂ ਤੋਂ ਪੋਲੀਟੀਸ਼ੀਅਨ ਨਾਲ ਮਿਲ ਕੇ ਇੱਕੋ ਜ਼ਮੀਨ ਲੈ ਲਈ ਜਿਹੜੀ ਤੁਸੀਂ ਆਪ ਅਫੋਰਡ ਨਹੀਂ ਕਰ ਸਕਦੇ, ਆਪਣੇ ਪੈਸੇ ਨਾਲ ਖਰੀਦ ਨਹੀਂ ਸਕਦੇ, ਤੁਸੀਂ ਇੱਕ ਤਰੀਕੇ ਨਾਲ ਸਰਕਾਰ ਦੀ ਫੇਵਰ ਲਈ ਹੈ। ਤੁਸੀਂ ਅੱਜ ਕਿਸੇ ਦੀ ਫੇਵਰ ਲੈਂਦੇ ਹੋ, ਕੱਲ੍ਹ ਤੁਹਾਨੂੰ ਲੁਟਾਉਣੀ ਪਏਗੀ। ਉਹ ਆਦਮੀ ਤੁਹਾਡੇ ਕੋਲ 10 ਫੇਵਰ ਲਊਗਾ। ਇਸੇ ਕਰਕੇ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਵੱਡੇ ਅਫਸਰ ਦੇ ਖਿਲਾਫ ਕੋਈ ਲਿਖਦਾ ਹੀ ਨਹੀਂ, ਨਾ ਕੋਈ ਬੋਲਦਾ। ਇਹ ਚਲੋ ਜਿਹੜੇ ਨੌਕਰੀ 'ਤੇ ਬੈਠੇ ਉਹ ਤੋਂ ਮਾੜਾ ਮੋਟਾ ਡਰ, ਜਿਹੜੇ ਰਿਟਾਇਰ ਹੋ ਗਏ ਉਹਨਾਂ ਦੇ ਖਿਲਾਫ ਵੀ ਕੋਈ ਨਹੀਂ ਬੋਲਦਾ। ਅਤੇ ਦੇਖੋ ਸੁਮੇਧ ਸਿੰਘ ਸੈਣੀ ਵਰਗਾ ਬੰਦਾ, ਇਹਦੇ ਬਾਰੇ ਮੈਂ 2009 'ਚ ਆਰਟੀਕਲ ਲਿਖਿਆ ਸੀ DNA ਅਖਬਾਰ, ਸੀਰੀਜ਼ ਲਿਖੀ ਸੀ 3 ਆਰਟੀਕਲ ਦੀ, ਪਾਰਟ 1, ਪਾਰਟ 2, ਪਾਰਟ 3।
2009 ਸਪਟੈਂਬਰ 'ਚ ਉਹਦੇ 'ਚ ਸੈਕੰਡ ਪਾਰਟ ਦੀ ਹੈਡਲਾਈਨ ਸੀ ਦ ਬੁੱਚਰ ਆਫ ਪੰਜਾਬ। ਮਤਲਬ ਅਗਰ ਮੇਰੇ ਵਰਗਾ ਬੰਦਾ ਬੰਬਈ 'ਚ ਬੈਠ ਕੇ ਅੰਗਰੇਜ਼ੀ ਅਖਬਾਰ 'ਚ ਉਹਨੂੰ ਬੁੱਚਰ ਆਫ ਪੰਜਾਬ ਕਹਿ ਸਕਦਾ ਤੇ ਇੱਥੋਂ ਦੇ ਲੋਕਾਂ ਦੀ ਹਿੰਮਤ ਕਿਉਂ ਨਹੀਂ? ਮਤਲਬ ਹੁਣ ਉਹ ਰਿਟਾਇਰ ਹੋ ਗਿਆ, ਕੁਰਸੀ ਤੇ ਵੀ ਨਹੀਂ ਹੈ, ਭੱਜਿਆ ਫਿਰਦਾ, 15 ਕੇਸ ਉੱਤੇ ਲੱਗੇ ਹੋਏ, ਨੀਂਦ ਉਹਨੂੰ ਨਹੀਂ ਆਉਂਦੀ, ਮਤਲਬ ਪਰੇਸ਼ਾਨ ਆਦਮੀ। ਅੱਜ ਵੀ ਉਹਦੇ ਖਿਲਾਫ ਬੋਲਣੋਂ ਲੋਕ ਡਰਦੇ। ਇੰਨਾ ਹਊਆ ਬਣਿਆ ਹੋਇਆ। ਮਤਲਬ ਜਿਸ ਬੰਦੇ ਨੇ ਇੱਕ ਫੈਮਿਲੀ ਜਿੰਦਾ ਜਲਾ ਦਿੱਤੀ, ਦੂਸਰੀ ਫੈਮਿਲੀ ਨੂੰ ਇੱਕ ਫੈਕਟਰੀ ਦੇ ਫਾਰਨੇਸ 'ਚ ਸਿੱਟ ਦਿੱਤਾ, ਉਹ ਪੂਲੇ ਦੇ ਥਰੂ ਕਈ ਫੈਮਲੀਆਂ ਜਿੰਦਾ ਜਲਾ ਦਿੱਤੀਆਂ। ਉਹ ਫਿਰ ਬੜੇ ਕਾਂਡ, ਬਾਈਬਲ ਕਲਾਂ ਕਾਂਡ, ਦੂਸਰੇ ਕਾਂਡ, ਇਹ ਮਤਲਬ ਇੱਕ ਇਹੋ ਜਿਹਾ ਅਫਸਰ ਜਿਹੜਾ ਇੱਕ ਨਿਹੰਗ ਨੂੰ, ਕ੍ਰਿਮੀਨਲ ਨਿਹੰਗ ਨੂੰ ਹਥਿਆਰ ਦੇ ਕੇ, ਸਿਕਿਉਰਿਟੀ ਦੇ ਕੇ, ਸਰਕਾਰੀ ਗੱਡੀਆਂ ਦੇ ਕੇ, ਪਾਇਲਟ ਕਾਰਾਂ ਦੇ ਕੇ ਉਹਦੇ ਕੋਲੋਂ ਕ੍ਰਾਈਮ ਕਰਵਾ ਰਿਹਾ ਇੱਕ ਪੁਲਿਸ ਆਫਿਸਰ ਇਨ ਯੂਨੀਫਾਰਮ। ਔਰ ਉਹ ਬੰਦੇ ਨਾਲ ਇੰਨੇ ਗਹਿਰੇ ਰਿਲੇਸ਼ਨ ਨੇ ਕਿ ਜਦੋਂ ਪੂਲਾ ਮਰ ਜਾਂਦਾ, ਪੱਗ ਰਸਮ ਪਗੜੀ ਹੁੰਦੀ ਉਹਦੇ ਘਰੇ, ਉਹ ਪੱਗ ਜਿਹੜੀ ਆ ਉਹ ਸੈਣੀ ਦੇ ਸਿਰ ਬੰਨੀ ਜਾਂਦੀ ਹੈ। ਮਤਲਬ ਇਹ ਸੈਣੀ ਜਿਹੜਾ ਪੂਲੇ ਦਾ ਭਰਾ ਹੈ। ਮਤਲਬ ਇੰਨਾ ਬ੍ਰੈਸ਼ਲੀ, ਇੰਨਾ ਓਪਨਲੀ ਤੁਸੀਂ ਕ੍ਰਿਮੀਨਲਸ ਨਾਲ ਖੜੇ ਹੁੰਦੇ ਹੋ, ਨੋਨ ਕ੍ਰਿਮੀਨਲਸ, ਉਹ ਵੀ ਮਤਲਬ ਬੜੇ ਖਤਰਨਾਕ ਕਿਸਮ ਦੇ ਕ੍ਰਿਮੀਨਲ। ਔਰ ਉਹਦੇ ਭੋਗ 'ਤੇ ਜਾਂਦੇ ਹੋ ਤੁਸੀਂ, ਸੰਸਕਾਰ 'ਤੇ ਜਾਂਦੇ ਹੋ। ਜਿਸ ਦਿਨ ਉਹਦਾ ਸੰਸਕਾਰ ਸੀ ਉਸ ਦਿਨ ਸੁਪਰੀਮ ਕੋਰਟ 'ਚ ਕੋਈ ਸੈਣੀ ਦਾ ਕੇਸ ਸੀ। ਇਹਨੇ ਸੁਪਰੀਮ ਕੋਰਟ ਕੇਸ 'ਤੇ ਨਹੀਂ ਗਿਆ ਕਹਿ ਕੇ ਕਿ ਮੇਰੀ ਸਿਕਿਉਰਿਟੀ ਕਰਕੇ ਮੇਰੀ ਜਾਨ ਨੂੰ ਖਤਰਾ। ਔਰ ਪੂਲੇ ਵਰਗੇ ਕ੍ਰਿਮੀਨਲ ਦੇ ਉਸੇ ਦਿਨ ਸੁਪਰੀਮ ਕੋਰਟ ਦੀ ਡੇਟ ਕੈਂਸਲ ਕਰਕੇ ਆਦਮੀ ਉਹਦੇ ਸੰਸਕਾਰ 'ਤੇ ਜਾ ਰਿਹਾ। ਕੀ ਇੱਕ ਪੁਲਿਸ ਵਾਲੇ ਨੂੰ ਕ੍ਰਿਮੀਨਲ ਸੰਸਕਾਰ 'ਤੇ ਜਾਣਾ ਚਾਹੀਦਾ? ਉਹ ਤੇ ਟੋਪੀ ਲਾ ਕੇ ਉਹਨੂੰ ਸੂਟ ਦੇ ਮਾਰ ਰਿਹਾ। ਮਤਲਬ ਇਹੋ ਜਿਹੇ ਬੰਦੇ ਤਾਂ ਬਹੁਤ ਜਲਦੀ ਇਹਨਾਂ ਲੋਕਾਂ ਨੂੰ ਟਰਾਇਲ ਕਰਕੇ, ਕੇਸ ਖਤਮ ਕਰਕੇ ਸਜ਼ਾ ਦੇਣੀ ਚਾਹੀਦੀ ਹੈ। ਔਰ ਉਹ ਬੰਦਾ ਜਿਹੜਾ 24 ਘੰਟੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਥੱਲੇ ਰਹਿੰਦਾ, ਅਜੇ ਵੀ ਇਹਨੂੰ ਇੱਕ ਪਾਇਲਟ ਕਾਰ ਦਿੱਤੀ ਹੈ, 2 ਪੁਲਿਸ ਵਾਲੇ ਪਿੱਛੇ ਖੜੇ ਹੁੰਦੇ ਸਟੈਂਡ ਕਰਨਾ ਲੈ ਕੇ। ਜਦੋਂ ਉਹਨੇ ਭੱਜਣਾ ਹੁੰਦਾ ਉਦੋਂ ਸਾਰੀ ਸਿਕਿਉਰਿਟੀ ਛੱਡ ਕੇ ਭੱਜ ਵੀ ਜਾਂਦਾ। 8-8, 10-10 ਦਿਨ ਪੁਲਿਸ ਨੂੰ ਪਤਾ ਨਹੀਂ ਹੁੰਦਾ ਕਿ ਸੈਣੀ ਕਿੱਥੇ। ਮਤਲਬ ਇੰਨੀ ਵੱਡੀ ਮਿਲੀ ਭਗਤ ਇੰਨੇ ਵੱਡੇ ਲੈਵਲ 'ਤੇ ਮੈਂ ਕਿਤੇ ਹੋਰ ਨਹੀਂ ਦੇਖੀ। ਤੁਸੀਂ ਮਹਾਰਾਸ਼ਟਰ ਦੀ ਐਗਜ਼ਾਮਪਲ ਲੈ ਲਓ, ਡੀਜੀ ਲੈਵਲ ਦੇ 2 ਆਫਿਸਰ ਪਿਛਲੇ 1 ਸਾਲ ਦੇ ਅੰਦਰ ਅੰਦਰ ਅਰੈਸਟ ਹੋਏ ਹੈ। ਪਹਿਲਾਂ ਪਰਮਵੀਰ ਸਿੰਘ, ਹੁਣ ਪਾਂਡੇ, 2 ਡੀਜੀ ਲੈਵਲ ਦੇ ਆਫਿਸਰ। ਇਹ ਤੋਂ ਪਹਿਲਾਂ ਆਰ ਐਸ ਸ਼ਰਮਾ ਡੀਜੀ ਲੈਵਲ ਦਾ ਆਫਿਸਰ ਸੀ, ਉਹ ਸਸਪੈਂਡ ਹੋਇਆ, 2 ਸਾਲ ਸਸਪੈਂਡ ਰਿਹਾ, ਸੁਪਰੀਮ ਕੋਰਟ ਤੋਂ ਕੇਸ ਜਿੱਤ ਕੇ ਵਾਪਸ ਆਇਆ। ਮਤਲਬ ਜਿੱਥੇ ਆਫਿਸਰ ਕੋਈ ਵੀ ਹੋਵੇ, ਇਹ ਮਹਾਰਾਸ਼ਟਰ ਹੈ ਜਿੱਥੇ ਨਵਾਬ ਮਲਿਕ ਵਰਗੇ ਮਿਨਿਸਟਰ, ਕੈਬਨਿਟ ਮਿਨਿਸਟਰ ਪਾਵਰ 'ਚ ਹੁੰਦੇ ਹੋਏ ਉਹਨਾਂ ਨੂੰ ਅਰੈਸਟ ਕਰਕੇ ਸਲਾਖਾਂ ਦੇ ਪਿੱਛੇ ਦਿੱਤਾ ਹੋਇਆ। ਆ ਪਰਸੋਂ ਹੀ ਕੀੜੇ ਨੇ MP ਫੜ ਲਿਆ, ਪੰਜਾਬ 'ਚ ਕਿਤੇ ਸੁਣਿਆ ਇਸ ਤਰ੍ਹਾਂ ਨਹੀਂ। ਇੱਥੇ ਜਿੰਨੀ ਸ਼ੈਲਟਰ ਆਰਗੇਨਾਈਜ਼ ਤਰੀਕੇ ਨਾਲ ਪੋਲੀਟੀਸ਼ੀਅਨ ਔਰ ਬਿਊਰੋਕਰੇਸੀ ਕ੍ਰਿਮੀਨਲ ਨੂੰ ਦਿੰਦੀ ਹੈ, ਉਹ ਸ਼ਾਇਦ ਯੂਪੀ 'ਚ ਵੀ ਨਹੀਂ ਇੰਨੀ ਵੱਡੀ ਸ਼ੈਲਟਰ ਮਿਲਦੀ। ਇੰਨੀ ਕਰਪਟ ਐਲੀਮੈਂਟ ਦੀ ਮਿਲੀ ਭਗਤ ਹੈ, ਇੰਨੀ ਕਰਪਸ਼ਨ ਹਰ ਲੈਵਲ 'ਤੇ ਹੈ। ਹੈਰਾਨੀ ਹੁੰਦੀ ਕਈ ਵਾਰੀ ਕਿ ਇਸ ਗੰਦਗੀ ਨੂੰ ਸਾਫ਼ ਕਰੋਗੇ ਤਾਂ ਕਿਵੇਂ ਕਰੋਗੇ? ਕਿਤੇ ਬਹੁਤ ਤੁਹਾਡੀ ਵਾਸ਼ਿੰਗ ਮਸ਼ੀਨ ਮੰਗਾਉਣੀ ਪੈਣੀ, ਉਹ ਸਾਰਿਆਂ ਨੂੰ ਸਿੱਟ ਕੇ ਸਾਫ਼ ਕਰਨਾ ਪੈਣਾ ਉਹਦੇ 'ਚ, ਇਹੋ ਜਿਹਾ ਕੋਈ ਸਿਸਟਮ ਕਰਨਾ ਪੈਣਾ। ਔਰ ਦੂਸਰਾ ਮਤਲਬ ਉਹ ਲੋਕ ਜਿਨ੍ਹਾਂ ਦੀ ਸਮਾਜ ਇੱਜ਼ਤ ਕਰਦਾ, ਕਦਰ ਕਰਦਾ, ਆਰਟਿਸਟ, ਸਾਡੇ ਰਾਈਟਰ, ਆਰਟਿਸਟ, ਸੌਂਗ ਰਾਈਟਰ, ਸਿੰਗਰ, ਫਿਲਮ ਕਲਾਕਾਰ, ਨਾਟਕ ਦੇ ਵਰਕਰ, ਜਿਹੜੇ ਰਾਤ 'ਚ ਉਹ ਸੇਫ ਨਾ ਹੋਣ, ਉੱਥੇ ਆਮ ਆਦਮੀ ਦੀ ਸੇਫਟੀ ਕਿੱਥੇ ਹੋਏਗੀ? ਜਿਹੜੇ ਬੰਦੇ ਤੁਹਾਨੂੰ ਐਂਟਰਟੇਨ ਕਰਦੇ ਆ, ਤੁਹਾਨੂੰ ਹਸਾਉਂਦੇ ਘਟਾਉਂਦੇ ਆ, ਤੁਹਾਨੂੰ ਕੋਈ ਗਲਤ ਸਿੱਖਿਆ ਤਾਂ ਦਿੰਦੇ ਨਹੀਂ, ਅਤੇ ਉਹ ਮੂਸੇ ਵਾਲਾ ਹੋਵੇ। ਜਾਂ ਅੱਜ ਕੱਲ੍ਹ ਇੱਕ ਵਿਚਾਰਾ ਬੰਦੇ ਦੀ ਮੈਂ ਖਬਰ ਸੁਣ ਰਿਹਾ ਸੀ, ਮੈਂ ਤਾਂ ਸੁਣਿਆ ਨਹੀਂ ਕਦੇ, ਉਹਨੂੰ ਕੋਈ ਜਾਨੀ ਜੌਹਰ ਕਰਕੇ ਉਹ ਚੀਫ ਮਿਨਿਸਟਰ ਨੂੰ ਚਿੱਠੀ ਲਿਖ ਰਿਹਾ, DG ਨੂੰ ਚਿੱਠੀਆਂ ਲਿਖ ਰਿਹਾ ਵਿਚਾਰਾ ਕਿ ਮੇਰੀ ਜਾਨ ਨੂੰ ਖਤਰਾ, ਮੈਨੂੰ ਬਚਾਓ, ਨਹੀਂ ਤਾਂ ਮੈਂ ਪੰਜਾਬ ਛੱਡ ਕੇ ਚਲਿਆ ਜਾਣਾ। ਕੱਲ੍ਹ ਹਰਿਆਣੇ 'ਚ ਇੱਕ ਕੁੜੀ, ਕੋਈ ਸਿੰਗਰ ਹੈ, ਆਰਟਿਸਟ, ਉਹਦੇ 'ਤੇ ਗੋਲੀਆਂ ਚਲਾਤੀਆਂ ਕਿਸੇ ਨੇ, 2 ਰਾਜੇਸ਼ ਕੋਈ ਉਹਦਾ ਨਾਂ ਆਇਆ ਜਾਂ ਕੁਝ। ਤੋ ਮਤਲਬ ਜਿਹੜੀ ਸੁਸਾਇਟੀ 'ਚ ਉਹ ਲੋਕ ਜਿਨ੍ਹਾਂ ਦਾ ਕ੍ਰਾਈਮ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈ, ਜਿਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਉਹ ਲੋਕਾਂ ਦੀ ਅਗਰ ਜਾਨ ਖਤਰੇ 'ਚ ਹੋ ਸਕਦੀ ਹੈ, ਤੇ ਆਮ ਆਦਮੀ ਦਾ ਕੀ ਹੋਊਗਾ?
ਸੋ ਇਟਸ ਅ ਬਿਗ ਕੁਐਸਚਨ। ਸਾਡੇ ਅੱਜ ਦਾ ਜਰਨਲਿਜ਼ਮ ਜਿਹੜਾ ਉਹਨੂੰ ਇਹੋ ਜਿਹੀਆਂ ਚੀਜ਼ਾਂ ਹਾਈਲਾਈਟ ਕਰਨੀਆਂ ਚਾਹੀਦੀਆਂ ਤੇ ਜਿਹੜੀਆਂ ਲੋਕਾਂ ਨਾਲ ਜੁੜੀਆਂ। ਕੀ ਰੀਜ਼ਨ ਤੁਹਾਨੂੰ ਲੱਗਦਾ ਕਿ ਅੱਜ ਦਾ ਪੱਤਰਕਾਰ ਜਿਹੜਾ ਹੈਗਾ ਆ ਤੁਹਾਡੇ ਵਾਂਗੂ ਸ਼ੇਰ ਦਿਲ ਨਹੀਂ ਹੈਗਾ? ਉਹਨਾਂ ਦਾ ਕੀ ਰੀਜ਼ਨ ਬਿਹਾਈਂਡ ਹੈਗਾ ਆ? ਮੇਰੇ ਵਰਗਾ ਸ਼ੇਰ ਦਿਲ ਕੀ ਇੱਕ ਉਹ ਜਜ਼ਬਾ ਆ, ਜਜ਼ਬਾਤ ਆ ਵੀ ਇੱਕ ਕਿਸੇ ਤੋਂ ਨਹੀਂ ਡਰਨਾ, ਜੋ ਸੱਚਾਈ ਹੈਗੀ ਉਹਨੂੰ ਬਾਹਰ ਲੈ ਕੇ ਆਉਣਾ, ਦੁਨੀਆ ਦੇ ਸਾਹਮਣੇ ਰੱਖਣੀ ਆ। ਅੱਜ ਦਾ ਪੱਤਰਕਾਰ ਕਿਉਂ ਡਰਦਾ ਆ ਇਹਨਾਂ ਚੀਜ਼ਾਂ ਤੋਂ ਕਿ ਜੇ ਮੈਂ ਸੱਚਾਈ ਪੇਸ਼ ਕੀਤੀ ਆ ਜਾਂ ਮੈਂ ਇੱਦਾਂ ਦਾ ਕੋਈ ਕੇਸ ਚੱਕਿਆ ਆ ਤਾਂ ਵੀ ਕੀ ਰੀਜ਼ਨ ਹੈਗਾ ਵੀ ਉਹ ਕਿਉਂ ਨਹੀਂ ਬਾਹਰ ਲੈ ਕੇ ਆ ਸਕਦਾ? ਨਹੀਂ, ਇਹ ਗੱਲ ਸੱਚਾਈ ਦੀ ਨਹੀਂ, ਗੱਲ ਡਰ ਦੀ ਹੈ। ਜਦੋਂ ਬੰਦੇ ਦੇ ਅੰਦਰ ਡਰ ਹੁੰਦਾ ਉਹ ਤੁਹਾਨੂੰ ਸੱਚ ਬੋਲਣ ਤੋਂ ਰੋਕਦਾ। ਹਾਲਾਂਕਿ ਸਾਡੀ ਜਿਹੜੀ ਧਰਤੀ ਹੈ ਪੰਜਾਬ, ਇੱਥੇ ਤਾਂ ਬੋਲ ਬਾਲਾ ਸੱਚਾਈ ਦਾ ਰਿਹਾ। ਗ੍ਰੰਥ ਸਾਰੇ ਸਾਡੇ ਪੂਰੇ ਮਹਾ ਪੰਜਾਬ 'ਚ ਲਿਖੇ ਗਏ। ਗੁਰੂ ਗ੍ਰੰਥ ਸਾਹਿਬ ਇੱਥੇ ਲਿਖਿਆ ਗਿਆ। ਗੁਰੂ ਨਾਨਕ, ਸ਼ੇਖ ਫਰੀਦ, ਬੁੱਲੇ ਸ਼ਾਹ, ਵਾਰਿਸ ਸ਼ਾਹ, ਹੀਰ ਸ਼ੇਖਵਾਰ ਬਟਾਲਵੀ, ਇਹਨਾਂ ਲੋਕਾਂ ਨੇ ਪੰਜਾਬ ਨੂੰ ਵਧਾਇਆ। ਔਰ ਇੱਕ ਪੰਜਾਬੀ ਦੇ ਰਾਈਟਰ ਹੁੰਦੇ ਸੀ, ਮੈਂ ਨਾਂ ਭੁੱਲ ਗਿਆ, ਉਹਨਾਂ ਨੇ ਇੱਕ ਪੋਇਮ ਲਿਖੀ ਸੀ, ਪੰਜਾਬ ਸਾਰਾ ਵਸਦਾ ਗੁਰਾਂ ਦੇ ਨਾਂ 'ਤੇ। ਅਤੇ ਇਹ ਤਾਂ ਗੁਰੂਆਂ ਦੀ ਧਰਤੀ ਹੈ। ਇੱਥੇ ਤਾਂ ਸਿਖਾਏ ਸੱਚ ਗਿਆ। ਇਕਬਾਲ ਨੇ ਇੱਕ ਸ਼ੇਰ ਲਿਖਿਆ ਸੀ ਗੁਰੂ ਨਾਨਕ ਦੇਵ ਬਾਰੇ, ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਤੌਹੀਦ ਹੁੰਦਾ ਸੱਚਾਈ ਦੀ ਆਵਾਜ਼, ਇਨਸਾਫ ਦੀ ਆਵਾਜ਼। ਅਗਰ ਇਹ ਪੰਜਾਬ ਦੇ ਲੋਕਾਂ ਨੇ ਸੱਚ ਬੋਲਣਾ ਛੱਡਤਾ ਫਿਰ ਤਾਂ ਰਹਿਣਾ ਹੀ ਕੁਛ ਨਹੀਂ ਗਾ। ਸੱਚ ਬੋਲਣੋਂ ਡਰਦੇ ਹੈ। ਡਰ ਕਾਹਦਾ? ਮੌਤ ਦਾ ਡਰ ਹੈ। ਤੁਸੀਂ ਬੋਲੋਗੇ ਤੁਹਾਨੂੰ ਮਾਰ ਦੇਣਗੇ, ਨੁਕਸਾਨ ਕਰਨਗੇ। ਔਰ ਫਿਰ ਸਾਡੇ ਜਿਹੜੇ ਵੱਡੇ ਵਡੇਰੇ ਹੈ, ਮੈਂ ਕਈ ਵਾਰੀ ਕੋਈ ਵੱਡੇ ਲੋਕਾਂ ਦੇ ਘਰ ਜਾਣਾ, ਛੋਟੇ ਬੰਦੇ ਵਿਚਾਰੇ ਚਿੰਤਾ ਨਹੀਂ ਕਰਦੇ, ਮਿਡਲ ਕਲਾਸ, ਲੋਅਰ ਮਿਡਲ ਕਲਾਸ, ਉਹ ਜ਼ਿਆਦਾ ਸੱਚੇ ਹੁੰਦੇ ਆ। ਜਿੰਨੇ ਜ਼ਿਆਦਾ ਪੈਸੇ ਵਾਲੇ, ਅਮੀਰ, ਵੱਡੇ ਕਾਰੋਬਾਰੀ ਕਿਸਮ ਦੇ ਲੋਕ, ਉਹ कहते बैठे हैं कि तो उन्होंने बच्चा कुछ कह देवे ना कि ऐसे लोगों को तो गोली मार देनी चाहिए, भ्रष्ट लोगों को, वो कहते बस बेटा ऐसी बातें कभी नहीं करना, घर में कर दी ठीक है, बाहर जाके मत बोलना ऐसी बात। जो माँ प्यो तो सच बोलो रोकी जान तो सच बोलोगे कितने? इन्ना डर का दहशत का माहौल मैनू नहीं लगता कि इन्नी दहशत कदे, मैं वो भी जमाना देखा जिन्होंने अतवाद का दौर कहने असीं, उदों भी लोग इन्ना नहीं सी डरते। उन्होंने पता होंदा सी कि ਜਿਹੜੇ ਲੋਕ ਇਹੋ ਜਿਹੇ ਕੰਮ ਕਰ ਰਹੇ ਆ ਉਹ ਕਿਸ ਕਿਸਮ ਦੇ ਲੋਕਾਂ ਤੇ ਅਟੈਕ ਕਰਦੇ ਆ। ਹਰ ਆਦਮੀ ਨਹੀਂ ਸੀ ਡਰਦਾ। ਅੱਜ ਡਾਕਟਰ ਵੀ ਡਰੇ ਹੋਏ ਆ, ਅੱਜ ਬਿਜ਼ਨਸਮੈਨ ਵੀ ਡਰਦਾ, ਅੱਜ ਰਾਈਟਰ ਵੀ ਡਰਦਾ, ਅੱਜ ਸਿੰਗਰ ਵੀ ਡਰਦਾ, ਔਰ ਅੱਜ ਪੁਲਿਸ ਵਾਲੇ ਵੀ ਡਰਦੇ। ਇੱਕ ਅੱਜ ਸਵੇਰੇ ਮੈਨੂੰ ਕਿਸੇ ਆਫਿਸਰ ਦਾ ਫੋਨ ਆਇਆ ਕਿ ਕਿਸੇ ਗੈਂਗਸਟਰ ਨੇ ਇੱਕ ਸੀਨੀਅਰ ਪੁਲਿਸ ਆਫਿਸਰ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਹੁਣ ਅਗਲਾ ਨੰਬਰ ਤੇਰਾ। ਤੇ ਤੁਸੀਂ ਦੇਖੋ ਵੀ ਜਿੱਥੇ ਗੈਂਗਸਟਰਾਂ 'ਚ ਇੰਨੀ ਹਿੰਮਤ ਹੋ ਜੇ ਕਿ ਉਹ ਪੁਲਿਸ ਦੇ ਵੱਡੇ ਅਫਸਰਾਂ ਨੂੰ ਧਮਕੀਆਂ ਦੇਣ ਲੱਗ ਜਾਣ ਫੋਨ ਕਰਕੇ, ਉਹਨੂੰ ਪਤਾ ਵੀ ਆ ਕਿ ਮੇਰਾ ਫੋਨ ਟਰੇਸ ਕਰ ਸਕਦੇ, ਇਹਨਾਂ ਕੋਲ ਇਸ ਤਰ੍ਹਾਂ ਸਿਸਟਮ ਹੁੰਦਾ, ਅੱਜ ਨਹੀਂ ਤਾਂ ਕੱਲ੍ਹ ਲੱਭ ਹੀ ਲੈਣਗੇ। ਲੇਕਿਨ ਫਿਰ ਵੀ ਹੌਸਲੇ ਬੁਲੰਦ ਦੇਖੋ। ਅਤੇ ਇਹਨੂੰ ਹੁਣ ਤੁਸੀਂ ਇਹ ਕਹੋਗੇ ਕਿ ਪੰਜਾਬ ਦੀ ਅਫਸਰਸ਼ਾਹੀ ਡਰਪੋਕ ਹੈ ਅਤੇ ਜਿਹੜੇ ਗੈਂਗਸਟਰ ਨੇ ਜਾਂ ਕ੍ਰਿਮੀਨਲ ਨੇ ਉਹ ਬੜੇ ਦਲੇਰ ਆਦਮੀ ਨੇ। ਕੋਈ ਇਹ ਫਿਰ ਕਹਿਣਾ ਅਸੀਂ 2 ਬੰਦੇ ਮਾਰਤੇ ਉੱਥੇ, 2 ਬੰਦੇ ਉੱਥੇ ਮਾਰਤੇ। ਬੰਦੇ ਮਾਰਨ ਨਾਲ ਕਦੇ ਕ੍ਰਾਈਮ ਖਤਮ ਨਹੀਂ ਹੁੰਦਾ। ਅਸੀਂ ਦੇਖਿਆ ਮੁੰਬਈ 'ਚ ਇੱਕ ਸਾਲ 'ਚ 600 ਬੰਦੇ ਵੀ ਮਾਰੇ ਗਏ ਐਨਕਾਊਂਟਰ 'ਚ, ਲੇਕਿਨ ਕ੍ਰਾਈਮ ਖਤਮ ਨਹੀਂ ਹੋਇਆ, ਸਿੰਡੀਕੇਟ ਖਤਮ ਨਹੀਂ ਹੋਇਆ। ਕ੍ਰਾਈਮ ਖਤਮ ਕਰਨ ਲਈ, ਜੁਰਮ ਖਤਮ ਕਰਨ ਲਈ ਤੁਹਾਨੂੰ ਕ੍ਰਾਈਮ ਖਤਮ ਕਰਨਾ ਪਊਗਾ, ਤਾਂ ਕ੍ਰਿਮੀਨਲ ਖਤਮ ਹੋਣਗੇ। ਪੰਜਾਬੀ ਦੀ ਬੜੀ ਵਧੀਆ ਕਹਾਵਤ ਹੈ, ਚੋਰ ਨੂੰ ਮਾਰੋ, ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਤਾਂ ਕਿ ਹੋਰ ਚੋਰ ਨਾ ਪੈਦਾ ਹੋਵੇ। ਸੋ ਅਲਟੀਮੇਟਲੀ ਸਾਨੂੰ ਮੈਂ ਇੱਕ ਸਾਡੇ ਡਾਕਟਰ ਪੌਜਾ ਸਿੰਘ ਹਿਸਟੋਰੀਅਨ ਹੁੰਦੇ ਸੀ, ਬਹੁਤ ਪੁਰਾਣੇ, ਬਹੁਤ ਪਹਿਲਾਂ ਉਹਨਾਂ ਦੀ ਮੈਂ ਕਿਤਾਬ ਪੜ੍ਹੀ ਸੀ ਕਿ ਤੂੰ ਤੇ ਇੱਕ ਲਾਈਨ ਮੈਨੂੰ ਬੜੀ ਚੰਗੀ ਲੱਗੀ। ਉਹ ਕਹਿੰਦੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਸੀ ਉਹਦੇ ਤੋਂ ਸਭ ਤੋਂ ਵੱਡਾ ਸਬਕ ਸਾਨੂੰ ਇਹ ਮਿਲਦਾ ਕਿ ਉਹਨਾਂ ਨੇ ਸਾਡੇ ਦਿਲ ਤੋਂ ਮੌਤ ਦਾ ਡਰ ਕੱਢਿਆ। ਜੇ ਬੰਦੇ ਮੌਤ ਤੋਂ ਨਹੀਂ ਡਰੇ, ਛੋਟੇ ਛੋਟੇ ਬੱਚੇ ਨਹੀਂ ਡਰੇ, ਅਤੇ ਅਸੀਂ ਕਾਹਦੇ ਲਈ ਡਰੀਏ? ਉਹਨਾਂ ਨੇ ਉਹਨੂੰ ਇਸ ਤਰ੍ਹਾਂ ਲਿਆ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਸਾਡਾ ਅੰਦਰੋਂ ਖੌਫ ਜਿਹੜਾ ਸੀ ਉਹ ਕੱਢਿਆ।
ਤੇ ਅਸੀਂ ਅੱਜ ਫੇਰ ਜੋ ਉਸ ਖੌਫ ਤੇ ਅੰਧੇਰੇ 'ਚ ਰਹਿਣਾ ਪਸੰਦ ਕਰਦੇ ਹਾਂ ਤੇ ਪੰਜਾਬ ਦੀ ਬਦਕਿਸਮਤੀ ਹੈ। ਬਲਜੀਤ ਜੀ ਬਹੁਤ ਵਧੀਆ ਲੱਗਾ ਤੇ ਉਮੀਦ ਕਰਦੀ ਹਾਂ ਕਿ ਅੱਜ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ ਵੀ ਇਹ ਗੱਲਾਂ ਬਹੁਤ ਹੀ ਪਸੰਦ ਆਈਆਂ ਹੋਣਗੀਆਂ। ਤਾਂ ਅੱਜ ਵਾਸਤੇ ਬਹੁਤ ਬਹੁਤ ਧੰਨਵਾਦ ਟਾਈਮ ਕੱਢਣ ਵਾਸਤੇ। ਬਟ ਉਮੀਦ ਕਰਦੀ ਹਾਂ ਕਿ ਸਾਡਾ ਮਾਰਗਦਰਸ਼ਨ ਜਿਹੜਾ ਹੈਗਾ ਇਸ ਸ਼ੋਅ ਵਾਸਤੇ ਕਰਦੇ ਰਹੋਗੇ ਤੇ ਟਾਈਮ ਟੂ ਟਾਈਮ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਊਗਾ ਸਾਨੂੰ ਤੁਹਾਡੀ ਜ਼ਰੂਰਤ ਹੋਗੀ ਤਾਂ ਇਸ ਸ਼ੋਅ ਦੇ ਵਿੱਚ ਆਣ ਕੇ ਸਾਡੇ ਦਰਸ਼ਕਾਂ ਦਾ ਤੇ ਸਾਡਾ ਮਾਰਗਦਰਸ਼ਨ ਕਰਦੇ ਰਹੋਗੇ। ਚੰਗਾ ਕੰਮ ਮਿਲ ਜੁਲ ਕੇ ਕਰਦੇ ਰਹਾਂਗੇ। ਹਾਂਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਤੇ ਦੋਸਤੋ ਇਹ ਸੀ ਅੱਜ ਦੀ ਕ੍ਰਾਈਮ ਰਿਪੋਰਟ ਸ਼ੋਅ। ਤਾਂ ਉਮੀਦ ਕਰਦੀ ਹਾਂ ਕਿ ਅੱਜ ਦਾ ਸ਼ੋਅ ਤੁਹਾਨੂੰ ਪਸੰਦ ਆਇਆ ਹੋਊਗਾ। ਜਿਹੜੀਆਂ ਗੱਲਾਂ ਸਾਡੇ ਕ੍ਰਾਈਮ ਰਿਪੋਰਟਰ ਐਕਸ ਕ੍ਰਾਈਮ ਕਹਿ ਸਕਦੇ ਆ ਬਟ ਅੱਜ ਕੱਲ੍ਹ ਵੀ ਇਹ ਕਰ ਰਹੇ ਆ ਆਪਣਾ ਕੰਮ ਯੋਗਦਾਨ ਪਾ ਰਹੇ ਆ। ਤੇ ਕ੍ਰਾਈਮ ਰਿਪੋਰਟਰ ਦ ਫੇਮਸ ਕ੍ਰਾਈਮ ਰਿਪੋਰਟਰ ਬਲਜੀਤ ਪਾਰਮਰ ਜੀ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਜੋ ਹੋਈਆਂ ਆ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀਆਂ ਆ। ਇੱਕ ਪੱਤਰਕਾਰ ਹੋਣ ਦੇ ਨਾਤੇ ਵੀ ਜੋ ਸਾਨੂੰ ਇਹਨਾਂ ਤੋਂ ਸਿੱਖਿਆ ਮਿਲੀ ਆ ਤੇ ਉਮੀਦ ਕਰਦੀ ਹਾਂ ਦੋਸਤੋ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਉਹਨਾਂ ਵਿੱਚ ਪੱਤਰਕਾਰ ਵੀ ਹੋਣਗੇ ਤੇ ਉਹਨਾਂ ਨੂੰ ਵੀ ਇਹ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਉਹਨਾਂ ਦੇ ਕਰੀਅਰ ਵਾਸਤੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੋਸਤੋ ਇਹਨਾਂ ਨੂੰ ਆਪਾਂ ਤੁਹਾਡੇ ਰੂਬਰੂ ਕਰਾਉਂਦੇ ਰਵਾਂਗੇ ਕਿਉਂਕਿ ਜਿਹੜਾ ਇਹ ਸ਼ੋਅ ਲੈ ਕੇ ਅਸੀਂ ਆਏ ਹਾਂ ਕ੍ਰਾਈਮ ਰਿਪੋਰਟ ਤੇ ਉਹਦੇ ਵਿੱਚ ਸਾਨੂੰ ਇਹਨਾਂ ਦੀ ਗਾਈਡੈਂਸ ਦੀ ਬਹੁਤ ਹੀ ਜ਼ਰੂਰਤ ਆ। ਤਾਂ ਇਸ ਟਾਈਮ ਦੋਸਤੋ ਲੈਂਦੀ ਹਾਂ ਇਜਾਜ਼ਤ। ਮਿਲਾਂਗੇ ਨੈਕਸਟ ਟਾਈਮ। ਦੇਖਦੇ ਰਹਿਣਾ ਪਬਲਿਕ ਗਾਰਡੀਅਨ। ਸਤਿ ਸ਼੍ਰੀ ਅਕਾਲ।